ਜਿਹੜਾ ਅਰਥਰਾਈਟਸ ਜੋੜਾਂ ਦਾ ਦਰਦ ਗਠੀਆ ਹੈ ਕੀ ਹੈ ਤੇ ਇਹ ਕਿੰਨੇ ਪ੍ਰਕਾਰ ਦਾ ਹੁੰਦਾ? ਜਿਵੇਂ ਕਿ ਮੰਨ ਲਓ ਆਪਾਂ ਦੇਖੋ ਕੋਈ ਬੱਚਾ ਸੜਕ ਤੇ ਦੌੜ ਰਿਹਾ ਹੈਗਾ, ਦੌੜਦੇ ਦੌੜਦੇ ਡਿੱਗ ਜਾਂਦਾ ਹੈਗਾ, ਡਿੱਗਦਾ ਹੈਗਾ ਤੇ ਉਹਦੇ ਚੋਟ ਲੱਗ ਜਾਂਦੀ ਹੈ। ਜਿੱਥੇ ਜੋ ਚੋਟ ਲੱਗਦੀ ਹੈ ਉੱਥੇ ਘਾਵ ਬਣ ਜਾਂਦਾ ਹੈ, ਉੱਥੇ ਜ਼ਖਮ ਬਣ ਜਾਂਦਾ ਹੈਗਾ ਤੇ ਉੱਥੇ ਸੂਜਨ ਹੋ ਜਾਂਦੀ ਹੈ, ਉੱਥੇ ਦਰਦ ਹੋ ਜਾਂਦਾ ਹੈ। ਕਹਿਣ ਦਾ ਭਾਵ ਜਦ ਬਾਹਰ ਸਾਡੇ ਸਰੀਰ ਦਾ ਘਾਵ ਬਣਦਾ ਹੈਗਾ ਤੇ ਉੱਥੇ ਦਰਦ ਤੇ ਸੂਜਨ ਹੋ ਜਾਂਦਾ ਹੈ। ਇਸੇ ਪ੍ਰਕਾਰ ਜਦ ਸਾਡੇ ਸਰੀਰ ਦੇ ਅੰਦਰ ਕਿਤੇ ਘਾਵ ਹੋ ਜਾਵੇ ਤੇ ਉੱਥੇ ਵੀ ਦਰਦ ਤੇ ਸੂਜਨ ਹੋ ਜਾਂਦੀ ਹੈ। ਤਾਂ ਇਸ ਨੂੰ ਹੀ ਕਿਹਾ ਜਾਂਦਾ ਇਨਫਲੇਮੇਸ਼ਨ। ਤੇ ਜਦ ਇਹ ਇਨਫਲੇਮੇਸ਼ਨ ਸਾਡੇ ਜੋੜਾਂ ਵਿੱਚ ਹੁੰਦੀ ਹੈ ਤਾਂ ਇਹਨੂੰ ਕਹਿ ਦਿੱਤਾ ਜਾਂਦਾ ਹੈ ਅਰਥਰਾਈਟਿਸ। ਸਾਡੇ ਜਿਹੜੇ ਪੈਰ ਦਾ ਅੰਗੂਠਾ ਹੈਗਾ ਨਾ, ਉੱਥੋਂ ਇਹ ਦਰਦ ਸ਼ੁਰੂ ਹੁੰਦਾ ਹੈ ਤੇ ਵੱਧਦੇ ਸਾਡੇ ਇੱਥੇ ਦੇ ਜੁਆਇੰਟਸ ਵਿੱਚ ਆ ਜਾਂਦਾ ਹੈਗਾ, ਹੋਰ ਸਾਡੇ ਜੁਆਇੰਟਸ ਵਿੱਚ ਆ ਜਾਂਦਾ ਹੈ ਤੇ ਇਹ ਡਿਸਫਿਗਰ ਹੋਣ ਲੱਗ ਪੈਂਦੀਆਂ ਨੇ। ਸਾਡੇ ਸ਼ੋਲਡਰ ਵਿੱਚ ਵੀ ਆ ਸਕਦਾ ਹੈਗਾ। ਤਾਂ ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਲੋਕੀ ਸੋਚਦੇ ਆ ਕਿ ਮੇਰਾ ਯੂਰਿਕ ਐਸਿਡ ਬਣ ਰਿਹਾ ਹੈ। ਅਸਲ ਵਿੱਚ ਯੂਰਿਕ ਐਸਿਡ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ ਹੈ। ਜਿਵੇਂ ਆਪਾਂ ਗੱਲ ਕੀਤੀ ਸੀ, ਸ਼ੂਗਰ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ, ਬਲੱਡ ਪ੍ਰੈਸ਼ਰ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ। ਬਸ ਜਦ ਇੱਕ ਨਾਰਮਲ ਰੇਂਜ ਤੋਂ ਉੱਤੇ ਚਲੇ ਜਾਵੇ ਤੇ ਜਾ ਕੇ ਉਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈਗਾ। ਤੇ ਜੇ ਇਹਦਾ ਸਹੀ ਇਲਾਜ ਨਹੀਂ ਕਰਵਾਇਆ ਜਾਏ ਟਾਈਮ ਸਿਰ, ਅੱਗੇ ਜਾ ਕੇ ਫਿਰ ਇਹ ਵੱਡੇ ਉੱਥੇ ਕਲੰਪਸ ਬਣ ਜਾਂਦੇ ਆ ਕ੍ਰਿਸਟਲਸ ਦੇ, ਜਿਹਨੂੰ ਸਾਇੰਟੀਫਿਕ ਭਾਸ਼ਾ ਵਿੱਚ ਟੋਫੀ ਕਿਹਾ ਜਾਂਦਾ ਹੈ। ਤੇ ਜੇ ਉਹ ਟੋਫੀ ਵੱਡੇ ਹੋ ਜਾਣ, ਜੋੜਿਆਂ ਵਿੱਚ ਜਗ੍ਹਾ ਖਤਮ ਹੋ ਜਾਂਦੀ ਹੈ, ਜਿਸ ਕਰਕੇ ਉੱਥੇ ਦੀ ਮੂਵਮੈਂਟ ਕਰਨੀ ਪ੍ਰੋਬਲਮ ਹੋ ਜਾਂਦੀ ਹੈ ਤੇ ਉਹ ਫਿਰ ਡਿਸਫਿਗਰ ਹੋ ਜਾਂਦਾ, ਟੇੜੇ ਮੇੜੇ ਹੋ ਜਾਂਦੇ। ਇਹ ਸ਼ੂਗਰ ਕੋਈ ਏਡਾ ਮਸਲਾ ਨਹੀਂ ਹੈ ਜਿੰਨੀ ਰੇਂਜ ਸਾਨੂੰ ਦੱਸੀ ਗਈ ਹੈ ਵੀ। ਫਿਰ ਬਲੱਡ ਪ੍ਰੈਸ਼ਰ ਦੀ ਵੀ ਗੱਲ, ਕੀ ਇਸੇ ਤਰ੍ਹਾਂ ਅਰਥਰਾਈਟਸ ਦੀ ਵੀ ਕੋਈ ਰੇਂਜ ਹੈ, ਇੰਨੀ ਕੁ ਹੋ ਸਕਦੀ ਹੈ, ਜਾਂ ਫਿਰ ਇਹਦੇ ਵਿੱਚ ਵੀ ਕੋਈ ਗੇਮ ਹੈ ਵੀ ਜਿਹੜੀ ਵਧਾ ਕੇ ਦੱਸੀ ਜਾਂਦੀ ਹੈ ਵੀ ਏਡਾ ਕੋਈ ਖਤਰਾ ਨਹੀਂ ਹੁੰਦਾ? ਸਾਡੇ ਹਰ ਸਰੀਰ ਦੇ ਵਿੱਚ, ਹਰ ਬੰਦੇ ਦੇ ਸਰੀਰ ਵਿੱਚ ਕੋਈ ਨਾ ਕੋਈ ਬੋਡੀ ਦਾ ਪਾਰਟ ਜਾਂ ਆਰਗਨ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜੇ ਬਾਕੀਆਂ ਤੋਂ ਮੁਕਾਬਲੇ ਥੋੜਾ ਜਿਹਾ ਕਮਜ਼ੋਰ ਹੁੰਦਾ ਹੈ। ਸੋ ਜਦ ਸਾਡੇ ਸਰੀਰ ਵਿੱਚ ਜਿਹੜੇ ਟੌਕਸਿਕ ਪਦਾਰਥ ਹੈਗੇ, ਵਿਸ਼ੈਲੇ ਪਦਾਰਥ ਹੈ, ਇਕੱਠੇ ਹੁੰਦੇ ਆ ਤੇ ਫਿਰ ਉਹ ਉਸ ਏਰੀਆ ਵਿੱਚ ਜਾਂਦੇ ਆ ਜਿਹੜੇ ਬਾਕੀਆਂ ਨਾਲੋਂ ਕਮਜ਼ੋਰ ਹੈਗਾ। ਉੱਥੇ ਜੀਨਸ ਦਾ ਕੋਈ ਰੋਲ ਹੋ ਸਕਦਾ ਹੈਗਾ। ਦੋ ਚੀਜ਼ਾਂ ਹੈਗੀਆਂ ਪਰਹੇਜ਼ ਵਿੱਚ। ਪਹਿਲੀ ਚੀਜ਼ ਤਾਂ ਹੈਗੀ ਹੈ ਕੋਈ ਵੀ ਪੈਕੇਜ, ਪ੍ਰੋਸੈਸਡ ਜਾਂ ਰਿਫਾਈਨਡ ਫੂਡ ਨਹੀਂ ਖਾਣਾ। ਪੀਜ਼ਾ, 버ਗਰ, ਪੈਟੀਜ਼, ਮੈਗੀ, ਕੋਈ ਵੀ ਚੀਜ਼ ਜਿਹੜਾ ਪੈਕੇਟ ਬੰਦ ਹੋ ਕੇ ਆਉਂਦੀ ਹੈ ਜਾਂ ਰਿਫਾਈਨਡ, ਡਬਲ ਰਿਫਾਈਨ ਹੋ ਕੇ ਆਉਂਦੀ ਹੈ, ਉਹ ਨਹੀਂ ਖਾਣੀ। ਸਫੇਦ ਚੀਨੀ ਨਹੀਂ ਖਾਣੀ ਤੇ ਮੈਦਾ ਨਹੀਂ ਖਾਣਾ। ਇਸ ਤੋਂ ਇਲਾਵਾ ਜਿਹੜੀ ਸਮੋਕਿੰਗ ਹੈਗੀ, ਸ਼ਰਾਬ ਪੀਣਾ ਹੈਗਾ, ਇਹ ਕੰਮ ਨਹੀਂ ਕਰਨਾ ਹੈਗਾ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਅਸੀਂ ਜਿਹੜੇ ਸਕਰੀਨ ਦੇ ਸਾਹਮਣੇ ਖਾਲਸਾ ਜੀ ਨੇ, ਇਹਨਾਂ ਦੇ ਨਾਲ ਅਸੀਂ 3-4 ਇੰਟਰਵਿਊ ਕੀਤੀਆਂ। ਲੋਕਾਂ ਦੇ ਉਚੇਚੇ ਤੌਰ ਤੇ ਸਾਨੂੰ ਕਮੈਂਟ ਕੀਤੇ ਗਏ ਕਿ ਖਾਲਸਾ ਜੀ ਤੋਂ ਇਹ ਪੁੱਛਿਆ ਜਾਵੇ ਜਿਹੜਾ ਅਰਥਰਾਈਟਸ ਹੈ ਉਹ ਹੈ ਕੀ ਹੈ ਤੇ ਇਹ ਕਿਉਂ ਹੁੰਦਾ ਹੈ, ਜਿਹਨੂੰ ਕਿ ਅਸਾਂ ਪੰਜਾਬੀ ਦੇ ਵਿੱਚ ਗਠੀਆ ਜਾਂ ਫਿਰ ਜੋੜਾਂ ਦਾ ਦਰਦ। ਪਹਿਲੇ ਕਿਹਾ ਜਾਂਦਾ ਸੀ ਵੀ ਇਹ ਬਜ਼ੁਰਗਾਂ ਨੂੰ ਹੁੰਦਾ ਹੈ, ਵੀ ਜਿਹੜੇ 60 ਸਾਲ ਤੋਂ ਉੱਪਰ ਹੋ ਜਾਣ ਉਹਨਾਂ ਨੂੰ। ਪਰ ਅੱਜ ਦੇ ਸਮੇਂ 'ਚ ਇਹ ਰੋਗ ਬਹੁਤ ਘੱਟ ਯੰਗ ਮੈਨ ਨੂੰ ਵੀ ਹੋ ਰਿਹਾ, ਜਿਹੜੇ ਕਿ ਛੋਟੀ ਨੌਜਵਾਨ ਬੱਚੀਆਂ, ਉਹਨਾਂ ਦੇ ਵਿੱਚ ਵੀ ਇਹ ਲੱਛਣ ਪਾਏ ਜਾਂਦੇ ਆ। ਆਪਾਂ ਪੁੱਛਦੇ ਆ ਵੀ ਭਾਈ ਸਾਹਿਬ ਜੀ, ਇਹ ਹੈ ਕੀ ਹੈ ਤੇ ਇਹ ਕਿਉਂ ਹੁੰਦਾ, ਇਹਦੇ ਕੀ ਲੱਛਣ ਹੈ? ਕਮਲਪ੍ਰੀਤ ਸਿੰਘ ਜੀ, ਪੰਜਾਬੀ ਲੋਕ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਖਾਲਸਾ ਜੀ, ਪਹਿਲੇ ਤਾਂ ਇਹ ਦੱਸੋ ਵੀ ਜਿਹੜਾ ਅਰਥਰਾਈਟਸ ਜੋੜਾਂ ਦਾ ਦਰਦ ਗਠੀਆ ਹੈ ਕੀ ਹੈ ਤੇ ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਹਾਂਜੀ, ਸੋ ਅਰਥਰਾਈਟਿਸ ਜਿਹੜਾ ਹੈਗਾ, ਇਹ ਦੋ ਸ਼ਬਦਾਂ ਦਾ ਮੇਲ ਹੈਗਾ। ਇੱਕ ਹੈ ਅਰਥਰ, ਇੱਕ ਹੈ ਆਈਟਿਸ। ਅਰਥਰ ਦਾ ਮਤਲਬ ਹੁੰਦਾ ਸਾਡੇ ਜੋੜ, ਯਾਨੀ ਕਿ ਜਿੱਥੇ ਹੱਡੀਆਂ ਮਿਲਦੀਆਂ ਨੇ, ਤੇ ਆਈਟਿਸ ਦਾ ਮਤਲਬ ਹੈ ਇਨਫਲੇਮੇਸ਼ਨ। ਇਨਫਲੇਮੇਸ਼ਨ ਦਾ ਸਿੰਪਲ ਅਰਥ ਹੈਗਾ ਘਾਵ ਹੋ ਜਾਣਾ। ਜਿਵੇਂ ਕਿ ਮੰਨ ਲਓ ਆਪਾਂ ਦੇਖੋ ਕੋਈ ਬੱਚਾ ਸੜਕ ਤੇ ਦੌੜ ਰਿਹਾ ਹੈਗਾ, ਦੌੜਦੇ ਦੌੜਦੇ ਡਿੱਗ ਜਾਂਦਾ ਹੈਗਾ, ਡਿੱਗਦਾ ਹੈਗਾ ਤੇ ਉਹਦੇ ਚੋਟ ਲੱਗ ਜਾਂਦੀ ਹੈ। ਜਿੱਥੇ ਜੋ ਚੋਟ ਲੱਗਦੀ ਹੈ ਉੱਥੇ ਘਾਵ ਬਣ ਜਾਂਦਾ ਹੈ, ਉੱਥੇ ਜ਼ਖਮ ਬਣ ਜਾਂਦਾ ਹੈਗਾ ਤੇ ਉੱਥੇ ਸੂਜਨ ਹੋ ਜਾਂਦੀ ਹੈ, ਉੱਥੇ ਦਰਦ ਹੋ ਜਾਂਦਾ ਹੈ। ਕਹਿਣ ਦਾ ਭਾਵ ਜਦ ਬਾਹਰ ਸਾਡੇ ਸਰੀਰ ਦਾ ਘਾਵ ਬਣਦਾ ਹੈਗਾ ਤੇ ਉੱਥੇ ਦਰਦ ਤੇ ਸੂਜਨ ਹੋ ਜਾਂਦਾ ਹੈ। ਇਸੇ ਪ੍ਰਕਾਰ ਜਦ ਸਾਡੇ ਸਰੀਰ ਦੇ ਅੰਦਰ ਕਿਤੇ ਘਾਵ ਹੋ ਜਾਵੇ ਤੇ ਉੱਥੇ ਵੀ ਦਰਦ ਤੇ ਸੂਜਨ ਹੋ ਜਾਂਦੀ ਹੈ। ਤਾਂ ਇਸ ਨੂੰ ਹੀ ਕਿਹਾ ਜਾਂਦਾ ਇਨਫਲੇਮੇਸ਼ਨ। ਤੇ ਜਦ ਇਹ ਇਨਫਲੇਮੇਸ਼ਨ ਸਾਡੇ ਜੋੜਾਂ ਵਿੱਚ ਹੁੰਦੀ ਹੈ ਤਾਂ ਇਹਨੂੰ ਕਹਿ ਦਿੱਤਾ ਜਾਂਦਾ ਹੈ ਅਰਥਰਾਈਟਿਸ। ਜੀ, ਇਹ ਇੱਕ ਹੋਰ ਜਦੋਂ ਟੈਸਟ ਕਰਵਾਉਂਦੇ ਆ ਨਾ, ਕਿਸੇ ਦੇ ਜੋੜ ਦਰਦ ਕਰਦੇ ਹੋਣ ਤਾਂ ਉਹ ਲੈਬੋਰੇਟਰੀ ਦੇ ਵਿੱਚ ਉਹਨਾਂ ਦਾ ਟੈਸਟ ਕਰਨ ਲਈ ਭੇਜਿਆ ਜਾਂਦਾ ਵੀ ਯੂਰਿਕ ਐਸਿਡ ਟੈਸਟ ਕਰਵਾਓ, ਕਿਤੇ ਇਹਨਾਂ ਦਾ ਵਧਿਆ ਤਾਂ ਨਹੀਂ ਹੋਇਆ। ਕੀ ਯੂਰਿਕ ਐਸਿਡ ਵੀ ਦਾ ਇੱਕ ਕਾਰਨ ਹੋ ਸਕਦਾ ਹੈ? ਜੀ ਬਿਲਕੁਲ। ਅਗਰ ਸਰੀਰ ਦੇ ਵਿੱਚ ਯੂਰਿਕ ਐਸਿਡ ਦੀ ਇੱਕ ਮਾਤਰਾ ਇੱਕ ਨਾਰਮਲ ਰੇਂਜ ਤੋਂ ਜ਼ਿਆਦਾ ਹੋ ਜਾਵੇ ਤੇ ਉਹ ਹਾਈਪਰ ਯੂਰੇਸੇਮੀਆ ਬਣ ਜਾਂਦਾ ਹੈ, ਜਿਹਦੇ ਕਰਕੇ ਕ੍ਰਿਸਟਲਾਈਜੇਸ਼ਨ ਫਾਰਮ ਹੋ ਜਾਂਦੀ ਹੈ। ਔਰ ਜਦ ਉਹ ਕ੍ਰਿਸਟਲਸ ਸਾਡੇ ਜੋੜਾਂ ਵਿੱਚ ਜਾਂਦੇ ਹੈਗੇ ਤੇ ਉੱਥੇ ਜਾ ਕੇ ਇਨਫਲੇਮੇਸ਼ਨ ਕਾਜ਼ ਕਰਦੇ ਆ, ਯਾਨੀ ਉੱਥੇ ਜਾ ਕੇ ਘਾਵ ਕਰਦੇ ਹੈਗੇ ਤੇ ਉੱਥੇ ਫਿਰ ਜੋੜਿਆਂ ਦਾ ਦਰਦ ਹੋ ਜਾਂਦਾ ਹੈ। ਤਾਂ ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਲੋਕੀ ਸੋਚਦੇ ਆ ਕਿ ਮੇਰਾ ਯੂਰਿਕ ਐਸਿਡ ਬਣ ਰਿਹਾ ਹੈ।
ਅਸਲ ਵਿੱਚ ਯੂਰਿਕ ਐਸਿਡ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ ਹੈ। ਜਿਵੇਂ ਆਪਾਂ ਗੱਲ ਕੀਤੀ ਸੀ, ਸ਼ੂਗਰ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ, ਬਲੱਡ ਪ੍ਰੈਸ਼ਰ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ। ਬਸ ਜਦ ਇੱਕ ਨਾਰਮਲ ਰੇਂਜ ਤੋਂ ਉੱਤੇ ਚਲੇ ਜਾਵੇ ਤੇ ਜਾ ਕੇ ਉਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈਗਾ। ਤਾਂ ਇੱਥੇ ਸਾਨੂੰ ਇੱਕ ਗੱਲ ਸਮਝਣੀ ਪਊਗੀ ਕਿ ਇਹ ਯੂਰਿਕ ਐਸਿਡ ਜਿਹੜਾ ਹੈਗਾ ਇਹ ਹਾਈ ਲੈਵਲ ਦਾ ਹੁੰਦਾ ਕਿਉਂ ਹੈਗਾ। ਕਿਉਂਕਿ ਇਹਦਾ ਆਪਾਂ ਥੋੜਾ ਜਿਹਾ ਸਾਇੰਟੀਫਿਕ ਅਗਰ ਤਰੀਕੇ ਨਾਲ ਸਮਝੀਏ ਤੇ ਜਿਹੜੇ ਸਾਡੀ ਬਾਡੀ ਵਿੱਚ ਇੱਕ ਸੈਲਸ ਹੁੰਦੇ ਨੇ ਪਿਊਰਿਨਸ ਕਰਕੇ, ਇਸੇ ਤਰ੍ਹਾਂ ਜਿਹੜਾ ਆਪਾਂ ਖਾਣਾ ਖਾਂਦੇ ਆ ਉਹਦੇ ਵਿੱਚ ਪਿਊਰਿਨਸ ਹੁੰਦੇ ਆ। ਉਸ ਪਿਊਰਿਨ ਨੂੰ ਸਾਡੇ ਲੀਵਰ ਜਿਹੜੀ ਹੈ ਉਹ ਮੈਟਾਬੋਲਾਈਜ਼ ਕਰਦੀ ਹੈਗੀ, ਯੂਰਿਕ ਐਸਿਡ ਉਹਦਾ ਯੂਰਿਕ ਐਸਿਡ ਬਣ ਜਾਂਦਾ ਹੈਗਾ। ਹੁਣ ਉਸ ਯੂਰਿਕ ਐਸਿਡ ਨੂੰ ਜਿਹੜਾ ਐਕਸਟਰਾ ਹੈਗਾ ਬਾਡੀ ਨੂੰ ਬਾਹਰ ਕੱਢਣਾ ਹੈਗਾ। ਹੁਣ ਬਾਹਰ ਕੱਢਣ ਵਾਸਤੇ ਕਿਡਨੀ ਦਾ ਕੰਮ ਹੁੰਦਾ ਹੈ, ਤੇ ਜੇ ਸਾਡੀ ਕਿਡਨੀ ਵੀਕ ਹੋਵੇ ਤੇ ਫਿਰ ਕੀ ਹੁੰਦਾ ਹੈਗਾ, ਯੂਰਿਕ ਐਸਿਡ ਬਣ ਜ਼ਿਆਦਾ ਰਿਹਾ ਹੈਗਾ ਤੇ ਬਾਹਰ ਘੱਟ ਨਿਕਲ ਰਿਹਾ ਹੈ। ਐਜ਼ ਅ ਰਿਜ਼ਲਟ ਸਾਡੇ ਬਲੱਡ ਦੇ ਵਿੱਚ ਯੂਰਿਕ ਐਸਿਡ ਦੀ ਮਾਤਰਾ ਇੱਕ ਜ਼ਰੂਰਤ ਤੋਂ ਜ਼ਿਆਦਾ ਹੋ ਜਾਂਦੀ ਹੈ। ਤੇ ਫਿਰ ਉਹ ਕੀ ਹੁੰਦਾ ਹੈਗਾ, ਜਿਵੇਂ ਤੁਸੀਂ ਸਿੰਪਲ ਸਮਝੋ ਨਾ ਕਿ ਜੇ ਪਾਣੀ ਘੱਟ ਹੋਵੇ, ਨਮਕ ਜ਼ਿਆਦਾ ਹੋਵੇ ਤੇ ਫਿਰ ਸਾਰਾ ਨਮਕ ਉਹਦੇ ਵਿੱਚ ਘੁਲਦਾ ਨਹੀਂ ਹੈਗਾ ਤੇ ਉਹ ਕ੍ਰਿਸਟਲਸ ਫਾਰਮ ਕਰ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਬਲੱਡ ਵਿੱਚ ਜਿਹੜਾ ਹੈਗਾ ਯੂਰਿਕ ਐਸਿਡ ਸਾਰਾ ਫਿਰ ਘੁਲਦਾ ਨਹੀਂ ਹੈਗਾ, ਉਹ ਕ੍ਰਿਸਟਲ ਫਾਰਮ ਕਰਦਾ ਹੈ ਤੇ ਜਿੱਥੇ ਕ੍ਰਿਸਟਲ ਫਾਰਮ ਕਰਦਾ ਹੈ ਉੱਥੇ ਇਨਫਲੇਮੇਸ਼ਨ ਹੋ ਜਾਂਦੀ ਹੈ ਤੇ ਉੱਥੇ ਫਿਰ ਗਠੀਆ ਦਾ ਦਰਦ, ਜਿਹਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਕਹਿ ਦਿੱਤੀ ਜਾਂਦੀ ਹੈ। ਤਾਂ ਸ਼ੁਰੂ ਵਿੱਚ ਕੀ ਹੁੰਦਾ ਹੈ, ਇਹ ਅਚਾਨਕ ਬੜਾ ਤੇਜ਼ ਦਰਦ ਹੁੰਦਾ ਹੈਗਾ ਤੇ ਜੇ ਇਹਦਾ ਸਹੀ ਇਲਾਜ ਨਹੀਂ ਕਰਵਾਇਆ ਜਾਏ ਟਾਈਮ ਸਿਰ, ਅੱਗੇ ਜਾ ਕੇ ਫਿਰ ਇਹ ਵੱਡੇ ਵੱਡੇ ਉੱਥੇ ਕਲੰਪਸ ਬਣ ਜਾਂਦੇ ਆ ਕ੍ਰਿਸਟਲਸ ਦੇ, ਜਿਹਨੂੰ ਸਾਇੰਟੀਫਿਕ ਭਾਸ਼ਾ ਵਿੱਚ ਟੋਫੀ ਕਿਹਾ ਜਾਂਦਾ ਹੈ। ਤੇ ਜੇ ਉਹ ਟੋਫੀ ਵੱਡੇ ਹੋ ਜਾਣ, ਜੋੜਿਆਂ ਵਿੱਚ ਜਗ੍ਹਾ ਖਤਮ ਹੋ ਜਾਂਦੀ ਹੈ, ਜਿਸ ਕਰਕੇ ਉੱਥੇ ਦੀ ਮੂਵਮੈਂਟ ਕਰਨੀ ਪ੍ਰੋਬਲਮ ਹੋ ਜਾਂਦੀ ਹੈ ਤੇ ਉਹ ਫਿਰ ਡਿਸਫਿਗਰ ਹੋ ਜਾਂਦਾ, ਟੇੜੇ ਮੇੜੇ ਹੋ ਜਾਂਦੇ ਹੈਗੇ। ਤਾਂ ਇਹ ਚੀਜ਼ ਹੈ। ਜਿਵੇਂ ਤੁਸੀਂ ਇੱਕ ਸ਼ੁਰੂਆਤ ਜਿਹੜੀ ਵੀਡੀਓ ਦੱਸੀ ਸੀ, ਲੋਕਾਂ ਨੇ ਬਹੁਤ ਲਾਈਕ ਕੀਤੀ ਸੀ ਵੀ ਸਾਨੂੰ ਤਾਂ ਸ਼ੂਗਰ ਦੇ ਮਸਲੇ 'ਚ ਐਵੇਂ ਉਲਝਾਇਆ ਗਿਆ ਵੀ ਸ਼ੂਗਰ ਕੋਈ ਏਡਾ ਮਸਲਾ ਨਹੀਂ ਹੈ ਜਿੰਨੀ ਰੇਂਜ ਸਾਨੂੰ ਦੱਸੀ ਗਈ ਹੈ ਵੀ ਫਿਰ ਬਲੱਡ ਪ੍ਰੈਸ਼ਰ ਦੀ ਵੀ ਗੱਲ ਵੀ ਕੀ ਇਸੇ ਤਰ੍ਹਾਂ ਆਰਥਰਾਈਟਸ ਦੀ ਵੀ ਕੋਈ ਰੇਂਜ ਹੈ, ਇੰਨੀ ਕੁ ਹੋ ਸਕਦੀ ਹੈ, ਜਾਂ ਫਿਰ ਇਹਦੇ ਵਿੱਚ ਵੀ ਕੋਈ ਗੇਮ ਹੈ ਵੀ ਜਿਹੜੀ ਵਧਾ ਕੇ ਦੱਸੀ ਜਾਂਦੀ ਹੈ ਵੀ ਐਡਾ ਕੋਈ ਖਤਰਾ ਨਹੀਂ ਹੁੰਦਾ। ਜੀ, ਝੋਲ ਤੇ ਗੇਮ ਤਾਂ ਸਾਰੇ ਪਾਸੇ ਹੀ ਹੈਗੀ, ਹਰ ਚੀਜ਼ ਵਿੱਚ ਹੀ ਹੈ, ਥਾਇਰਾਇਡ ਵਿੱਚ ਵੀ ਹੈਗੀ, ਬੀਪੀ ਵਿੱਚ ਵੀ ਹੈਗੀ, ਸ਼ੂਗਰ ਵਿੱਚ ਵੀ ਹੈਗੀ। ਤੇ ਇਹਦੇ ਵਿੱਚ ਵੀ ਕੀ ਹੈਗਾ ਕਿ ਉਹ ਅੰਕੜੇ ਜਿਹੜੇ ਹੈਗੇ ਉਹ ਘਟਾਈ ਰੱਖੇ ਹੈਗੇ ਆ। ਲੇਕਿਨ ਮੇਰਾ ਪੁਆਇੰਟ ਇਹ ਸੀਗਾ ਕਿ ਆਪਾਂ ਅੰਕੜਿਆਂ ਤੇ ਜਾਣਾ ਹੀ ਨਹੀਂ ਹੈਗਾ, ਆਪਾਂ ਜਾਣਾ ਹੈਗਾ ਸਿੰਪਟਮਸ ਦੇ ਉੱਤੇ ਕਿ ਸਾਨੂੰ ਕਿਵੇਂ ਫੀਲ ਹੋ ਰਿਹਾ ਹੈ। ਮਤਲਬ ਸਿੰਪਲ ਐਗਜ਼ਾਮਪਲ ਆਪਾਂ ਦੇਖੀਏ, ਮੇਰੀ ਸ਼ੂਗਰ ਅਗਰ 250 ਹੈਗੀ ਲੇਕਿਨ ਮੇਰੇ ਸਰੀਰ ਵਿੱਚ ਬਹੁਤ એનર્ਜੀ ਹੈਗੀ, ਸਭ ਕੁਝ ਵਧੀਆ ਹੈਗਾ, ਕੋਈ ਮੇਰਾ ਐਕਸਟਰਾ ਚਰਬੀ ਨਹੀਂ ਲਟਕ ਰਹੀ, ਮੈਨੂੰ ਬਹੁਤ ਵਧੀਆ ਫੀਲ ਹੁੰਦਾ ਹੈ। ਲੇਕਿਨ ਕਿਸੇ ਦੀ ਸ਼ੂਗਰ ਹੈਗੀ ਉਹ 150 ਵਿੱਚ ਹੈਗੀ, ਲੇਕਿਨ 150 ਵਿੱਚ ਹੋ ਕੇ ਉਹਦਾ ਸਰੀਰ ਰੋਗੀ ਹੈਗਾ, ਉਹਨੂੰ ਤਕਲੀਫ ਹੁੰਦੀ ਹੈ, ਸੀੜੀਆਂ ਚੜ੍ਹਨ ਵਿੱਚ ਤਕਲੀਫ ਹੁੰਦੀ ਹੈ, ਭੱਜ ਨਹੀਂ ਸਕਦਾ, ਤੇ ਮੇਰੀ 250 ਉਸ ਤੋਂ ਤਾਂ ਵਧੀਆ ਹੀ ਹੋ ਗਈ, ਹੈਨਾ। ਤਾਂ ਇਸੇ ਤਰ੍ਹਾਂ ਇਸ ਵਿੱਚ ਵੀ ਆਪਾਂ ਨੂੰ ਦੇਖਣਾ ਕਿ ਸਾਡੇ ਕੀ ਦਰਦ ਤਾਂ ਨਹੀਂ ਹੈਗਾ, ਕਿ ਸਾਡੇ ਉੱਥੇ ਸਵੈਲਿੰਗ ਤਾਂ ਨਹੀਂ ਹੈਗੀ, ਸੂਜਨ ਤਾਂ ਨਹੀਂ ਹੈਗੀ। ਜੇ ਸੂਜਨ ਹੈਗੀ, ਸਵੈਲਿੰਗ ਹੈਗੀ, ਦਰਦ ਹੈਗੀ, ਦੈਟ ਮੀਨਸ ਕਿ ਉੱਥੇ ਪ੍ਰੋਬਲਮ ਹੈਗੀ ਹੈ। ਰੇਂਜ ਕਿੰਨੀ ਵੀ ਹੋਗੀ ਉਹ ਮੈਟਰ ਨਹੀਂ ਕਰਦੀ ਹੈਗੀ, ਮੇਨ ਗੱਲ ਹੈਗੀ ਕਿ ਉਹ ਦਰਦ ਨੂੰ ਠੀਕ ਕਰਨਾ ਹੈਗਾ, ਉਹ ਸੂਜਨ ਨੂੰ ਠੀਕ ਕਰਨਾ ਹੈ। ਤੇ ਇਸੇ ਤਰ੍ਹਾਂ ਜੇ ਸਾਡਾ ਲੈਵਲ ਜ਼ਿਆਦਾ ਹੈਗਾ ਪਰ ਕੋਈ ਦਰਦ ਹੀ ਨਹੀਂ ਹੈਗਾ, ਆਪਾਂ ਪੂਰੇ ਫੁਰਤੀਲੇ ਹੈਗੇ, ਫਿਰ ਉਹ ਰੇਂਜ ਕਿਸੇ ਮੈਟਰ ਦੇ ਨਹੀਂ ਲੈਂਦੀ। ਇਹ ਜਿਹੜਾ ਆਰਥਰਾਈਟਸ, ਜਿਹੜੀ ਯੂਰਿਕ ਐਸਿਡ ਵੱਧ ਗਿਆ, ਜੋੜਾਂ ਦਾ ਦਰਦ, ਸਭ ਤੋਂ ਪਹਿਲੇ ਸ਼ੁਰੂਆਤੀ ਪੱਖ ਕਿਹੜਾ ਹੋਇਆ ਕਰਦਾ ਜੀ? ਕਿੱਥੋਂ ਸਟਾਰਟ ਹੁੰਦਾ, ਗੋਡਿਆਂ ਤੋਂ ਜਾਂ ਫਿਰ ਉਂਗਲਾਂ ਤੋਂ? ਜਿਹੜੇ ਇਹ ਪੋਟੇ ਇਹ ਦਰਦ ਕਰਦੇ ਆ, ਮੋਹਣੀ, ਕਿਹੜੀ ਸਭ ਤੋਂ ਪਹਿਲਾਂ ਅਟੈਕ ਕਿੱਥੇ ਹੁੰਦਾ ਇਹਦਾ ਜੀ? ਹਾਂਜੀ, ਜਿਵੇਂ ਆਪਾਂ ਦੇਖੀਏ ਆਰਥਰਾਈਟਿਸ ਦੇ ਨਾ ਕਾਫੀ ਸਾਰੇ ਪਾਰਟਸ ਹੈਗੇ, ਮਤਲਬ ਕਾਫੀ ਤਰ੍ਹਾਂ ਦੀ ਆਰਥਰਾਈਟਿਸ ਹੈਗੀ। ਉਹਦੇ ਵਿੱਚ ਆਪਾਂ ਯੂਰਿਕ ਐਸਿਡ ਦੀ ਅਗਰ ਗੱਲ ਕਰੀਏ, ਗਾਊਟੀ ਆਰਥਰਾਈਟਿਸ ਦੀ, ਤੇ ਉਹਦੇ ਵਿੱਚ ਜ਼ਿਆਦਾਤਰ ਕੀ ਹੁੰਦਾ, ਸਾਡੇ ਜਿਹੜੇ ਪੈਰ ਦਾ ਅੰਗੂਠਾ ਹੈਗਾ ਨਾ, ਉੱਥੋਂ ਇਹ ਦਰਦ ਸ਼ੁਰੂ ਹੁੰਦਾ ਹੈ ਤੇ ਵੱਧਦੇ ਸਾਡੇ ਇੱਥੇ ਦੇ ਜੁਆਇੰਟਸ ਵਿੱਚ ਆ ਜਾਂਦਾ ਹੈਗਾ, ਹੋਰ ਸਾਡੇ ਜੁਆਇੰਟਸ ਵਿੱਚ ਆ ਜਾਂਦਾ ਹੈ ਤੇ ਇਹ ਡਿਸਫਿਗਰ ਹੋਣ ਲੱਗ ਪੈਂਦੀਆਂ ਨੇ, ਸਾਡੇ ਸ਼ੋਲਡਰ ਵਿੱਚ ਵੀ ਆ ਸਕਦਾ ਹੈਗਾ। ਲੇਕਿਨ ਇਸ ਤੋਂ ਇਲਾਵਾ ਦੋ ਆਰਥਰਾਈਟਿਸ ਜਿਹੜੀ ਮੇਨ ਹੋਰ ਹੈਗੀਆਂ, ਇੱਕ ਹੈ ਆਸਟੀਓ ਆਰਥਰਾਈਟਿਸ। ਆਸਟੀਓ ਆਰਥਰਾਈਟਿਸ ਵਿੱਚ ਕੀ ਹੁੰਦਾ ਹੈਗਾ, ਸਾਡੇ ਜਿਵੇਂ ਹੁਣ ਦੇਖੋ ਜੋੜ ਹੈਗੇ, ਜੇ ਗੋਡੇ ਦਾ ਜੋੜ ਕਰੀਏ ਹਨਾ, ਤੇ ਜੇ ਮੰਨ ਲਓ ਕਿ ਸਿੰਪਲ ਐਗਜ਼ਾਮਪਲ ਨਾਲ ਸਮਝਾਉਂਦਾ ਹੈਗਾ, ਦੋ ਲੋਹੇ ਦੇ ਪੀਸ ਹੈਗੇ ਤੇ ਆਪਸ ਜਦੋਂ ਮਿਲਣਗੇ ਤੇ ਉੱਥੇ ਰਗੜ ਹੋਏਗੀ, ਉੱਥੇ ਡੈਮੇਜ ਹੋ ਸਕਦਾ ਹੈਗਾ। ਸੋ ਰੱਬ ਨੇ ਕੀ ਕੀਤਾ, ਉੱਥੇ ਨਾ ਇੱਕ ਕਾਰਟਿਲੇਜ ਟਿਸ਼ੂ ਬਣਾ ਦਿੱਤਾ ਹੈ ਜਿਹੜਾ ਕੁਸ਼ਨ ਵਾਂਗ ਕੰਮ ਕਰਦਾ ਹੈ ਤੇ ਉਹ ਸੌਫਟ ਮੂਵਮੈਂਟ ਹੋਣ ਵਾਸਤੇ ਫੈਸਿਲਿਟੇਟ ਕਰ ਦਿੰਦਾ ਹੈਗਾ। ਤੇ ਉਸ ਏਰੀਆ ਵਿੱਚ ਇੱਕ ਮੈਂਬਰੇਨ ਬਣਾਇਆ ਜਿਹਨੂੰ ਕਹਿੰਦੇ ਸਾਈਨੋਵੀਅਲ ਮੈਂਬਰੇਨ, ਜਿਹਦੇ ਵਿੱਚ ਇੱਕ ਫਲੂਇਡ ਹੁੰਦਾ ਹੈ, ਸਾਈਨੋਵੀਅਲ ਫਲੂਇਡ, ਜਿਹਨੂੰ ਆਮ ਕਰਕੇ ਆਪਾਂ ਕਹਿ ਦਿੰਦੇ ਕਿ ਗਰੀਸ ਜਿਹੜੀ ਹੈਗੀ, ਸਾਡੀ ਗਰੀਸ ਘਟ ਗਈ ਹੈਗੀ, ਇਹ ਸਾਡਾ ਆਇਲ ਘਟ ਗਿਆ ਹੈਗਾ, ਉੱਥੇ ਤੇਲ ਘਟ ਹੋ ਗਿਆ ਹੈਗਾ, ਤਾਂ ਉਹ ਚਿਕਨਾਹਟ ਘਟ ਹੋ ਗਈ ਹੈ, ਉਹਨੂੰ ਕਹਿੰਦੇ ਸਾਈਨੋਵੀਅਲ ਫਲੂਇਡ। ਸੋ ਜਦ ਉਸ ਏਰੀਆ ਵਿੱਚ ਸਾਡਾ ਜਿਹੜਾ ਕੁਸ਼ਨ ਹੈਗਾ, ਜਾਂ ਉਸ ਏਰੀਆ ਵਿੱਚ ਜਿਹੜੀ ਕੁਸ਼ਨ ਦੀ ਅਗਰ ਜਿਹੜੀ ਕਾਰਟਿਲੇਜ ਹੈਗੀ, ਅਗਰ ਉਹ ਡੀਜਨਰੇਟ ਹੋ ਜਾਏ, ਡੀਜਨਰੇਟ ਯਾਨੀ ਕਿ ਖਰਾਬ ਹੋਣੀ ਸ਼ੁਰੂ ਹੋ ਜਾਏ, ਕਮਜ਼ੋਰ ਹੋਣੀ ਸ਼ੁਰੂ ਹੋ ਜਾਏ, ਤੇ ਫਿਰ ਉਹ ਹੱਡੀਆਂ ਆਪਸ ਵਿੱਚ ਫ੍ਰਿਕਸ਼ਨ ਕ੍ਰੀਏਟ ਕਰਦੀਆਂ ਨੇ ਤੇ ਉਹ ਸਮੂਥ ਨਹੀਂ ਰਹਿੰਦਾ। ਤੇ ਜਿੱਥੇ ਸਮੂਥ ਨਾ ਰਵੇ ਤੇ ਉੱਥੇ ਫਿਰ ਕੀ ਹੁੰਦਾ, ਦਰਦ ਤੇ ਸੂਜਨ ਤੇ ਇਨਫਲੇਮੇਸ਼ਨ ਹੋ ਜਾਂਦੀ ਹੈਗੀ ਹੈ। ਇਹਦਾ ਕਾਰਨ ਕੀ ਹੁੰਦਾ ਹੈਗਾ? ਇਹਦਾ ਕਾਰਨ ਹੁੰਦਾ ਹੈ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ। ਨਿਊਟ੍ਰੀਸ਼ਨ ਡੈਫੀਸ਼ੀਐਂਸੀ ਯਾਨੀ ਕਿ ਜਿਵੇਂ ਕੈਲਸ਼ੀਅਮ ਹੋ ਗਿਆ, ਫਾਸਫੋਰਸ ਹੋ ਗਿਆ, ਸੈਲੇਨੀਅਮ ਹੋ ਗਿਆ, ਵਿਟਾਮਿਨ ਡੀ ਹੋ ਗਿਆ, ਇਹ ਸਾਡੀ ਬੋਨ ਐਂਡ ਜੁਆਇੰਟਸ ਹੈਲਥ ਵਾਸਤੇ ਜ਼ਰੂਰੀ ਹੈਗਾ। ਤੇ ਜੇ ਇਹਦੀ ਕਮੀ ਹੋਣ ਲੱਗ ਪਵੇ, ਕਿਉਂਕਿ ਜਿਵੇਂ ਤੁਸੀਂ ਸ਼ੁਰੂ ਵਿੱਚ ਕਿਹਾ ਸੀਗਾ ਕਿ ਅੱਜ ਕੱਲ੍ਹ ਸਿਰਫ ਬਜ਼ੁਰਗਾਂ ਨੂੰ ਹੀ ਨਹੀਂ, ਬੱਚਿਆਂ ਨੂੰ ਵੀ 20 25 25 30 ਸਾਲਾਂ ਦੇ ਲੋਕਾਂ ਨੂੰ ਵੀ ਇਹ ਪ੍ਰੋਬਲਮ ਆ ਰਹੀ ਹੈ, ਕਿਉਂਕਿ ਉਹਨਾਂ ਦੇ ਖਾਣੇ ਵਿੱਚ ਉਹ ਨਿਊਟ੍ਰੀਸ਼ਨ ਨਹੀਂ ਹੈਗਾ।
ਫਿਰ ਦੂਜੀ ਜਿਹੜੀ ਗੱਲ ਕਰੀਏ ਆਪਾਂ, ਉਹ ਹੈ ਰੂਮਾਟਾਇਡ ਅਰਥਰਾਈਟਿਸ, ਜਿਹੜੇ ਇੱਕ ਆਟੋ ਇਮਿਊਨ ਡਿਜ਼ੀਜ਼ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਸਾਡੇ ਸਰੀਰ ਦੀ ਇਮਿਊਨਿਟੀ ਹੀ ਸਾਡੇ ਉਸ ਏਰੀਆ ਨੂੰ ਡੈਮੇਜ ਕਰਨ ਲੱਗ ਪੈਂਦੀ ਹੈ, ਸਾਈਨੋਵੀਅਲ ਮੈਂਬਰੇਨ ਏਰੀਆ ਨੂੰ। ਉੱਥੇ ਕੀ ਹੁੰਦਾ, ਸਾਡੇ ਵਾਈਟ ਬਲੱਡ ਸੈਲਸ ਜਿਹੜੇ ਹੈਗੇ ਉਹ ਸਾਡੇ ਜੋੜਾਂ ਦੇ ਏਰੀਆ ਵਿੱਚ ਪਹੁੰਚ ਜਾਂਦੇ ਹੈ। ਉੱਥੇ ਪਹੁੰਚ ਕੇ ਉਹ ਆਪਣੀ ਬੋਡੀ ਦੇ ਨਾਲ ਇਨਫਲੇਮੇਸ਼ਨ ਕ੍ਰੀਏਟ ਕਰਨ ਲੱਗ ਪੈਂਦੇ ਹੈਗੇ, ਜਿਹਨੂੰ ਇੱਕ ਕੈਮੀਕਲ ਸਾਈਟੋਕਾਈਨਾਈਨ ਨਾਲ ਸ਼ੁਰੂ ਕੀਤਾ ਜਾਂਦਾ ਹੈਗਾ। ਤੇ ਉੱਥੇ ਫਿਰ ਇੱਕ ਜੰਗ ਲੱਗ ਜਾਂਦੀ ਹੈ, ਇਨਫਲੇਮੇਸ਼ਨ ਹੋ ਜਾਂਦੀ ਹੈ, ਤੇ ਐਜ਼ ਅ ਰਿਜ਼ਲਟ ਜੇ ਉਹ ਵੱਧਦੀ ਜਾਵੇ ਤੇ ਅੱਗੇ ਜਾ ਕੇ ਫਿਰ ਇੱਕ ਐਂਕਲੋਸਿਸ ਹੋ ਜਾਂਦਾ ਹੈ, ਜਿਹਨੂੰ ਕਹਿੰਦੇ ਆ ਹੱਡੀਆਂ ਦਾ ਜੁੜ ਜਾਣਾ। ਹੁਣ ਹੱਡੀਆਂ ਮੂਵ ਨਹੀਂ ਕਰ ਰਹੀ, ਜਿਹਨੂੰ ਐਂਕਲਾਈਸਿਸ ਕਹਿੰਦੇ ਆ। ਉਹ ਫਿਰ ਗਰੀਸ ਜਿਹੜੀ ਕਹਿੰਦੇ ਆ ਵੀ ਇਹਨੂੰ ਦੇਸੀ ਘਿਓ ਜ਼ਰੂਰ ਖਾਣਾ ਚਾਹੀਦਾ, ਉਹਦੇ ਬਾਰੇ ਦੱਸੋ। ਵੀ ਆਮ ਕਰਕੇ ਅੱਜ ਕੱਲ੍ਹ ਦੇ ਲੋਕੀ ਬਹੁਤ ਕਹਿੰਦੇ ਆ, ਬਜ਼ੁਰਗ ਕਹਿੰਦੇ ਆ ਵੀ ਸਾਡੇ ਸਮੇਂ 'ਚ ਅਸੀਂ ਤਾਂ ਪੂਰਾ ਗਲਾਸ ਭਰ ਭਰ ਕੇ ਨਾ ਦੇਸੀ ਘਿਓ ਦਾ ਪੀ ਜਾਂਦੇ ਸੀ, ਅਜਿਹੀ ਕੋਈ ਪ੍ਰੋਬਲਮ ਨਹੀਂ ਆਉਂਦੀ। ਅੱਜ ਕੱਲ੍ਹ ਤੁਸੀਂ ਇੱਕ ਚਮਚਾ ਵੀ ਦੇਸੀ ਘਿਓ ਦਾ ਖਾਣ ਤੋਂ ਗੁਰੇਜ਼ ਕਰਦੇ ਹੋ। ਕੀ ਤੁਸੀਂ ਇਸ ਗੱਲ ਨੂੰ ਔਨ ਦਾ ਰੈਕਡ ਕਹਿ ਸਕਦੇ ਹੋ ਵੀ ਦੇਸੀ ਘਿਓ ਖਾ ਲੈਣਾ ਚਾਹੀਦਾ, ਕੋਈ ਨੁਕਸਾਨ ਨਹੀਂ ਹੈ? ਇੱਥੇ ਮੈਂ 2 ਪੁਆਇੰਟ ਰੱਖਣਾ ਚਾਹੁੰਦਾ। ਪਹਿਲਾ ਪੁਆਇੰਟ ਤਾਂ ਇਹ ਹੈਗਾ, ਆਪਣੇ ਜਿਹੜੇ ਬਜ਼ੁਰਗ ਜਿਹੜਾ ਦੁੱਧ ਛਕਦੇ ਸੀਗੇ ਉਹ ਪਿਓਰ ਹੁੰਦਾ ਸੀਗਾ, ਪਹਿਲੀ ਗੱਲ। ਦੂਜੀ ਗੱਲ ਜਿਹੜਾ ਹੁੰਦਾ ਸੀ ਉਹ ਦੇਸ਼ੀ ਗਾਂ ਦਾ ਹੁੰਦਾ ਸੀਗਾ, ਗਾਵਾਂ ਨੂੰ ਟੀਕੇ ਇੰਨੇ ਸਾਰੇ ਨਹੀਂ ਲਾਏ ਜਾਂਦੇ ਸੀਗੇ। ਸੋ ਅੱਜ ਦਾ ਜਿਹੜਾ ਦੁੱਧ ਹੈਗਾ ਉਹਦੇ ਵਿੱਚ ਇੰਨੇ ਟੀਕੇ ਲਾਏ ਜਾਂਦੇ ਹੈ, ਉਹਦੇ ਵਿੱਚ ਇੰਨੇ ਹਾਰਮੋਨਸ ਹੁੰਦੇ ਹੈਗੇ ਆ, ਪਲੱਸ ਜਿਹੜੇ ਅੱਜ ਕੱਲ੍ਹ ਦੀ ਸਾਡੀ ਐਕਸਰਸਾਈਜ਼ ਦਾ ਕਰਦੇ ਨਹੀਂ ਆਪਾਂ, ਤੇ ਉਹ ਪਚਾਉਣਾ ਵੀ ਬੜਾ ਔਖਾ ਹੋ ਜਾਂਦਾ ਹੈਗਾ। ਸੋ ਐਜ਼ ਅ ਰਿਜ਼ਲਟ ਕੀ ਹੋਇਆ ਕਿ ਜਿੰਨੇ ਵੀ ਸਾਇੰਟੀਫਿਕ ਸਟੱਡੀਜ਼ ਹੋਈਆਂ ਨੇ, ਜਿਹਦੇ ਵਿੱਚ ਡੀਨ ਔਰਨਿਸ਼ ਸਟੱਡੀ ਸੀਗੀ ਜਾਂ ਟਿਮ ਕੋਲਿਨ ਕੈਂਪਬੈਲ ਸਟੱਡੀ ਸੀਗੀ, ਦਾ ਚਾਈਨਾ ਸਟੱਡੀ ਸੀਗੀ, ਵੱਡੀ ਨਿਊਟ੍ਰੀਸ਼ਨ ਦੀ ਸਟੱਡੀਜ਼ ਹੋਈਆਂ। ਉਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੇ ਐਨੀਮਲ ਫੂਡਸ ਤੋਂ ਪ੍ਰੋਟੀਨ ਜਿਹੜਾ ਲਿਆ ਜਾਂਦਾ ਹੈਗਾ, ਜਿਹੜਾ ਉਹਦੇ ਵਿੱਚੋਂ ਕੈਲਸ਼ੀਅਮ ਲਿਆ ਜਾਂਦਾ ਹੈ, ਉਹਦੇ ਨਾਲ ਸਾਡੇ ਹੱਡੀਆਂ ਦੀ ਸਟਰੈਂਥ ਵੱਧਦੀ ਨਹੀਂ ਹੈਗੀ ਹੈ, ਬਲਕਿ ਉਹ ਬਿਮਾਰੀ ਨੂੰ ਵਧਾ ਰਹੀ ਹੈਗੀ ਹੈ। ਜੀ ਇਹ ਸਾਇੰਸ ਨੇ ਫਾਈਂਡ ਕੀਤਾ। ਲੇਕਿਨ ਮੈਂ ਜਿੰਨਾ ਆਪਾਂ ਦੇਖਿਆ ਹੈ, ਕਿਉਂਕਿ ਆਪਾਂ ਦੇਖੋ ਗੁਰਮਤ ਦੇ ਹਿਸਾਬ ਨਾਲ ਦੇਖੀਏ ਜਾਂ ਆਪਾਂ ਕ੍ਰਿਸ਼ਨ ਜੀ ਦਾ ਜੀਵਨ ਦੇਖੀਏ ਜਾਂ ਸਾਡੇ ਗੁਰੂ ਸਾਹਿਬਾਨਾਂ ਦਾ ਜੀਵਨ ਦੇਖੀਏ, ਉਹਦੇ ਵਿੱਚ ਘਿਓ ਦੀ ਵਰਤਨ ਕੀਤੀ ਗਈ ਹੈਗੀ ਹੈ। ਇਹਦਾ ਮਤਲਬ ਹੈ ਕੁਛ ਨਾ ਕੁਛ ਸਮਝਣ ਵਾਲੀ ਗੱਲ ਹੈਗੀ, ਕਿਉਂਕਿ ਜੇ ਤਾਂ ਗਾਂ ਦੇਸ਼ੀ ਹੈਗੀ, ਜੇ ਉਹਦਾ ਧਿਆਨ ਰੱਖਿਆ ਜਾ ਰਿਹਾ ਹੈ, ਜੇ ਉਹਦੇ ਵਿੱਚ ਮਿਲਾਵਟ ਨਹੀਂ ਹੋ ਰਹੀ ਹੈ, ਤਾਂ ਉਹ ਜਿਹੜਾ ਘਿਓ ਹੈਗਾ, ਉਹ ਦੁੱਧ ਜਿਹੜਾ ਹੈਗਾ, ਉਹ ਸਾਡੇ ਕੰਮ ਦਾ ਹੈਗਾ। ਪਰ ਜੇ ਹਾਈਬ੍ਰਿਡ ਗਾਂ ਹੈਗੀ, ਉਹਦੇ ਵਿੱਚ ਇੰਜੈਕਸ਼ਨ ਲਗਾਇਆ ਜਾ ਰਿਹਾ ਹੈ, ਅਸੀਂ ਐਕਸਰਸਾਈਜ਼ ਨਹੀਂ ਕਰ ਰਹੇ, ਇਹ ਸਾਨੂੰ ਨੁਕਸਾਨ ਕਰੇਗਾ। ਤੁਸੀਂ ਦੇਸੀ ਗਾਂ ਦਾ ਵਾਰ-ਵਾਰ ਜ਼ਿਕਰ ਕੀਤਾ, ਕਿਤੇ ਇਹਦਾ ਨਹੀਂ ਵੀ ਤੁਸੀਂ ਵੀ ਗਊ ਭਗਤ ਹੋਵੋ, ਵੀ ਜਿਵੇਂ ਇੰਡੀਆ ਦੇ ਵਿੱਚ ਗਊਆਂ ਦੀ ਜ਼ਿਆਦਾ ਕਰਦੇ ਆ ਵੀ ਗਊ ਦਾ ਆਹ ਚੀਜ਼ਾਂ ਬੇਹੱਦ, ਗਊ ਦਾ ਗੋਬਰ ਵੀ ਬੜਾ ਵਧੀਆ, ਗਊ ਦਾ ਮੂਤਰ ਵੀ ਬੜਾ ਵਧੀਆ, ਕਿਤੇ ਉਹ ਗੱਲ ਤੁਸੀਂ ਤਾਂ ਨਹੀਂ ਵੀ ਗਊ ਭਗਤ ਹੈਗੇ? ਸੌਰੀ, ਮੈਨੂੰ ਇਹ ਗੱਲ ਕੁਐਸਚਨ ਕਰਨੀ ਪੈਣੀ ਆ। ਹਾਂਜੀ, ਆਪਾਂ ਗੁਰਬਾਣੀ ਵਿੱਚ ਅਗਰ ਦੇਖੀਏ ਨਾ, ਮਹਾਰਾਜ ਸਾਹਿਬ ਨੇ ਲਿਖਿਆ ਨਾ ਕਿ ਵੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛੋਹ ਪਤਰਾਲੀ, ਹੈ ਨਾ। ਉੱਥੇ ਲਿਖਿਆ ਕਿ ਲੰਗਰ ਵਿੱਚ ਕੀ ਹੈ ਨਾ, ਰਸ ਅੰਮ੍ਰਿਤ ਖੀਰ ਘਿਆਲੀ ਲਿਖਿਆ ਉੱਤੇ, ਕੀ ਵਾਲੀ, ਹੈ ਨਾ। ਮਤਲਬ ਕਹਿਣ ਦਾ ਭਾਵ ਕਿ ਸਾਡੇ ਵਿੱਚ ਦੇਗ ਪ੍ਰਸ਼ਾਦ ਵੀ ਜਿਹੜਾ ਹੈਗਾ, ਉਹਦੇ ਵਿੱਚ ਵੀ ਘਿਓ ਪੈਂਦਾ ਹੈਗਾ। ਲੇਕਿਨ ਅੱਜ ਦੇਖੀਏ ਆਪਾਂ, ਤਰਾਸਦੀ ਕੀ ਹੋ ਗਈ ਹੈ ਕਿ ਜਿਹੜਾ ਉਹਦੇ ਸਾਡੇ ਜਿਹੜੀ ਦੇਗ ਪ੍ਰਸ਼ਾਦ ਬਣਦਾ ਹੈਗਾ, ਉਹਦੇ ਵਿੱਚ ਚੀਨੀ ਪੈਂਦੀ ਹੈਗੀ ਹੈ, ਉਹਦੇ ਵਿੱਚ ਘਿਓ ਪੈਂਦਾ ਹੈਗਾ, ਉਹਦੇ ਵਿੱਚ ਆਟਾ ਪੈਂਦਾ ਹੈਗਾ। ਲੇਕਿਨ ਅੱਜ ਸਾਰਾ ਕੁਝ ਹੀ ਮਿਲਾਵਟੀ ਆ ਰਿਹਾ, ਚੀਨੀ ਵੀ ਰਿਫਾਈਨਡ ਹੈਗੀ, ਮਿਲਾਵਟੀ ਹੈਗੀ, ਘਿਓ ਵੀ ਮਿਲਾਵਟੀ ਆ ਰਿਹਾ ਹੈਗਾ, ਔਰ ਜਿਹੜਾ ਕਣਕ ਹੈਗੀ ਉਹ ਵੀ ਹਾਈਬ੍ਰਿਡ ਸੀਡਸ ਨਾਲ ਬਣ ਰਹੀ ਹੈਗੀ। ਐਜ਼ ਅ ਰਿਜ਼ਲਟ ਉਹਦੇ ਵਿੱਚ ਉਹਨਾਂ ਪੋਸ਼ਣ ਰਿਹਾ ਨਹੀਂ, ਤੇ ਸਾਡੇ ਸਰੀਰ ਨੂੰ ਠੀਕ ਨਹੀਂ ਕਰਦੀ। ਅਦਰਵਾਈਜ਼ ਗੁਰੂ ਸਾਹਿਬ ਦੇ ਟਾਈਮ ਤੇ ਜਿਹੜੀ ਦੇਗ ਬਣਦੀ ਸੀ, ਉਹ ਤਾਂ ਖਾ ਕੇ ਹੀ ਬੰਦਾ ਨਿਰੋਗ ਹੋ ਜਾਂਦਾ ਸੀਗਾ। ਬਹੁਤ ਧੰਨਵਾਦ ਜੀ। ਅੱਛਾ, ਇੱਕ ਦੱਸੋ ਵੀ ਜਿਵੇਂ ਤੁਸੀਂ ਆਪਾਂ ਹਰ ਇੱਕ ਗੱਲ ਦੇ ਉੱਤੇ ਦੇਖਦੇ ਹਾਂ ਵੀ ਜੈਨੇਟਿਕ ਕੁਝ ਪ੍ਰੋਬਲਮ ਹੁੰਦੀਆਂ ਨੇ, ਜਿਹੜੀਆਂ ਕਿ ਸਾਨੂੰ ਪਿਤਾ ਪੁਰਖ ਹੀ ਚੱਲੀ ਆਉਂਦੀਆਂ ਨੇ, ਜਿਵੇਂ ਸ਼ੂਗਰ ਹੋ ਗਿਆ, ਬਲੱਡ ਪ੍ਰੈਸ਼ਰ, ਇਹ ਸਾਰੇ ਲੋਕੀ ਵੀ ਮੰਨਦੇ ਆ। ਕੀ ਜਿਹੜਾ ਅਰਥਰਾਈਟਸ, ਜੋੜਾਂ ਦਾ ਦਰਦ, ਇਹ ਵੀ ਜੈਨੇਟਿਕ ਪ੍ਰੋਬਲਮ ਹੈ? ਜੈਨੇਟਿਕ ਪ੍ਰੋਬਲਮ ਇਹ ਇੱਕ ਹਾਫ ਟਰੂਥ ਹੈਗਾ, ਯਾਨੀ ਕਿ ਸਿਰਫ ਜੀਨਸ ਦਾ ਕੰਟਰੀਬਿਊਸ਼ਨ ਨਹੀਂ ਹੈਗਾ। ਮੇਨ ਜਿਹੜਾ ਕੰਟਰੀਬਿਊਸ਼ਨ ਹੈ ਸਾਡੇ ਕਿਚਨ ਫੈਕਟਰ ਦਾ ਹੈਗਾ। ਜਿਹੜੇ ਜੀਨਸ ਹੁੰਦੇ ਹੈਗੇ, ਉਹ ਮੈਂ ਥੋੜਾ ਜਿਹਾ ਐਕਸਪਲੇਨ ਕਰਦਾ ਹੈਗਾ। ਸਾਡੇ ਹਰ ਸਰੀਰ ਦੇ ਵਿੱਚ, ਹਰ ਬੰਦੇ ਦੇ ਸਰੀਰ ਵਿੱਚ ਕੋਈ ਨਾ ਕੋਈ ਬੋਡੀ ਦਾ ਪਾਰਟ ਜਾਂ ਆਰਗਨ ਇਸ ਤਰ੍ਹਾਂ ਦਾ ਹੁੰਦਾ ਹੈ, ਜਿਹੜੇ ਬਾਕੀਆਂ ਤੋਂ ਮੁਕਾਬਲੇ ਥੋੜਾ ਜਿਹਾ ਕਮਜ਼ੋਰ ਹੁੰਦਾ ਹੈ। ਸੋ ਜਦ ਸਾਡੇ ਸਰੀਰ ਵਿੱਚ ਜਿਹੜੇ ਟੌਕਸਿਕ ਪਦਾਰਥ ਹੈਗੇ, ਵਿਸ਼ੈਲੇ ਪਦਾਰਥ ਹੈ, ਇਕੱਠੇ ਹੁੰਦੇ ਆ, ਤੇ ਫਿਰ ਉਹ ਉਸ ਏਰੀਆ ਵਿੱਚ ਜਾਂਦੇ ਆ ਜਿਹੜੇ ਬਾਕੀਆਂ ਨਾਲੋਂ ਕਮਜ਼ੋਰ ਹੈਗਾ। ਉੱਥੇ ਜੀਨਸ ਦਾ ਕੋਈ ਰੋਲ ਹੋ ਸਕਦਾ ਹੈਗਾ। ਪਰ ਜੇ ਸਾਡਾ ਖਾਣ ਪੀਣ ਠੀਕ ਹੈ, ਸਾਡਾ ਲਾਈਫ ਸਟਾਈਲ ਠੀਕ ਹੈ, ਤੇ ਸਾਡੇ ਅੰਦਰ ਟੌਕਸਿਨਸ ਇਕੱਠੇ ਹੀ ਨਹੀਂ ਹੋ ਰਹੇ, ਫਿਰ ਬਿਮਾਰੀ ਇਹ ਵਾਲੀ ਨਹੀਂ ਆਉਂਦੀ। ਸੋ ਇੱਥੇ ਕੀ ਹੈਗਾ, ਜਿਹੜਾ ਆਪਾਂ ਗੱਲ ਕਰਦੇ ਸੀ, ਉਹ ਘਾਵ ਹੋ ਜਾਂਦੇ ਆ ਸਰੀਰ ਵਿੱਚ। ਉਹ ਕਿਉਂ ਹੁੰਦੇ ਹੈਗੇ? ਕਿਉਂਕਿ ਵਾਹਿਗੁਰੂ ਨੇ ਸਾਡੇ ਸਰੀਰ ਵਿੱਚ ਇੱਕ ਭੋਜਨ ਦਾ ਟਾਈਪ ਬਣਾਇਆ ਜਿਹੜਾ ਜਾਣਾ ਚਾਹੀਦਾ ਹੈਗਾ। ਜਿਵੇਂ ਐਗਜ਼ਾਮਪਲ ਨਾਲ ਆਪਾਂ ਦੇਖੀਏ, ਆਪਾਂ ਸੜਕ ਬਣਾਈ ਹੈ ਨਾ, ਸੜਕ ਦੇ ਉੱਤੇ ਗਾੜੀਆਂ ਚੱਲਦੀਆਂ ਨੇ, ਆਪਾਂ ਇਹ ਸੋਚ ਕੇ ਸੜਕ ਬਣਾਈ ਹੈ। ਪਰ ਜੇ ਸੜਕ ਦੇ ਉੱਤੇ ਆਪਾਂ ਟੈਂਕ ਚਲਾ ਦਈਏ, ਤੇ ਉਹ ਟੈਂਕ ਜਿਹੜਾ ਸੜਕ ਨੂੰ ਖਰਾਬ ਕਰ ਦੇਵੇਗਾ। ਇਸੇ ਤਰ੍ਹਾਂ ਜਿਸ ਤਰ੍ਹਾਂ ਦਾ ਆਪਾਂ ਭੋਜਨ ਖਾ ਰਹੇ ਹਾਂ, ਉਹ ਸਾਡੇ ਅੰਦਰ ਖੂਨ ਦੀ ਨਾੜੀਆਂ ਵਿੱਚ ਜਾ ਕੇ ਇੱਕ ਟੈਂਕ ਵਰਗਾ ਕੰਮ ਕਰਦਾ ਹੈਗਾ, ਤੇ ਉੱਤੇ ਕਿਤੇ ਨਾ ਕਿਤੇ ਘਾਵ ਛੱਡਦੇ ਹੋ ਜਾਂਦਾ ਹੈ, ਜਿਸ ਕਰਕੇ ਅੱਗੇ ਜਾ ਕੇ ਸਾਨੂੰ ਫਿਰ ਬਿਮਾਰੀਆਂ ਆ ਜਾਂਦੀਆਂ ਨੇ। ਤੇ ਜਿਹੜਾ ਰੱਬ ਦਾ ਬਣਾਇਆ ਹੋਇਆ ਭੋਜਨ ਹੈ, ਆਪਾਂ ਨੂੰ ਉਹ ਛਕਣਾ ਚਾਹੀਦਾ ਆ। ਤੁਸੀਂ ਰੱਬ ਦਾ ਬਣਾਇਆ ਭੋਜਨ ਗੱਲ ਕਰਦੇ ਹੋ, ਪਰ ਅੱਜ ਦੇ ਸਮੇਂ 'ਚ ਇੱਕ ਦਾਲ, ਪਾਲਕ, ਮਟਰ, ਜਾਂ ਫਿਰ ਪਾਲਕ, ਟਮਾਟਰ, ਚਾਵਲ,
ਅਜਿਹੀਆਂ ਚੀਜ਼ਾਂ ਤੋਂ ਵੀ ਰੋਕਿਆ ਜਾਂਦਾ ਵੀ ਆਹ ਚੀਜ਼ਾਂ ਤਾਂ ਰੱਬ ਦੀਆਂ ਬਣਾਈਆਂ ਨੇ, ਕੁਦਰਤੀ ਬਣੀਆਂ ਇਹ ਚੀਜ਼ਾਂ ਨੇ, ਵੀ ਆਹ ਚੀਜ਼ਾਂ ਵੀ ਨਾ ਖਾਓ ਜਿਹਨੂੰ ਅਰਥਰਾਈਟਸ ਹੁੰਦਾ। ਕੀ ਇਸ ਵਿੱਚ, ਇਸ ਧਾਰਨਾ ਦੇ ਵਿੱਚ ਕੋਈ ਸੱਚਾਈ ਹੈਗੀ ਆ ਵੀ ਆਹ ਚੀਜ਼ਾਂ ਬਿਲਕੁਲ ਨਾ ਖਾਓ ਜੀ? ਹਾਂਜੀ, ਇੱਥੇ ਸਮਝਣ ਵਾਲੀ ਚੀਜ਼ਾਂ ਕੀ ਹੈਗੀਆਂ ਨੇ ਕਿ ਜਿਹੜਾ ਕਣਕ ਹੈਗੀ ਜਾਂ ਰਾਈਸ ਹੈਗੀ, ਇੱਕ ਤਾਂ ਆਪਾਂ ਜਿਹੜਾ ਉਹ ਯੂਜ਼ ਕਰਦੇ ਹਾਂ ਉਹ ਰਿਫਾਈਨਡ ਯੂਜ਼ ਕਰ ਰਹੇ ਹਾਂ ਅੱਜ ਕੱਲ੍ਹ। ਆਪਾਂ ਹੋਲ ਵੀਟ ਨਹੀਂ ਯੂਜ਼ ਕਰਦੇ, ਆਪਾਂ ਬਰਾਊਨ ਰਾਈਸ ਨਹੀਂ ਯੂਜ਼ ਕਰਦੇ, ਆਪਾਂ ਇੱਕਦਮ ਪੋਲਿਸ਼ਡ ਵਾਈਟ ਚਮਕਦੀ ਹੋਈ ਜਿਹੜੀ ਬਾਸਮਤੀ ਚਾਵਲ ਨੇ ਆਪਾਂ ਉਹ ਯੂਜ਼ ਕਰਦੇ ਹਾਂ। ਇਸੇ ਤਰ੍ਹਾਂ ਜਿਹੜਾ ਆਟਾ ਵੀ ਹੈ ਉਹ ਇੰਨਾ ਰਿਫਾਈਨ ਕਰ ਦਿੱਤਾ ਗਿਆ ਉਹ ਪੂਰਾ ਮੈਦੇ ਵਰਗਾ ਬਣ ਜਾਂਦਾ ਹੈਗਾ। ਤੋ ਪਲੱਸ ਸਾਡੀ ਐਕਸਰਸਾਈਜ਼ ਆਪਾਂ ਉਨੀ ਕਰਦੇ ਨਹੀਂ ਹੈਗੇ। ਤੋ ਐਜ਼ ਅ ਰਿਜ਼ਲਟ ਕੀ ਹੁੰਦਾ, ਬਿਮਾਰੀ ਕਦ ਬਣਦੀ ਹੈ ਤੇ ਜਿੰਨਾ ਟੌਕਸਿਕ ਸਾਡਾ ਅੰਦਰ ਬਣ ਰਿਹਾ ਹੈਗਾ ਉਸ ਤੋਂ ਘੱਟ ਬਾਹਰ ਨਿਕਲ ਰਿਹਾ ਹੈ ਤੇ ਉਹ ਇਕੱਠਾ ਹੁੰਦਾ ਜਾ ਰਿਹਾ ਹੈ। ਤੇ ਐਕਸਰਸਾਈਜ਼ ਆਪਾਂ ਕਰਦੇ ਨਹੀਂ, ਧੁੱਪ 'ਚ ਆਪਾਂ ਜਾਂਦੇ ਨਹੀਂ ਹੈਗੇ ਆ, ਹੋਰ ਬੜੀ ਸਾਰੀ ਚੀਜ਼ਾਂ ਹੈਗੀਆਂ। ਸੋ ਐਜ਼ ਅ ਰਿਜ਼ਲਟ ਜਿਹੜੀ ਇਹ ਮੈਦਾ ਹੋ ਗਿਆ ਜਾਂ ਵੀਟ ਹੋ ਗਿਆ ਜਾਂ ਰਾਈਸ ਹੋ ਗਿਆ, ਇਹ ਵੀ ਕਿਤੇ ਨਾ ਕਿਤੇ ਅੰਦਰ ਜਾ ਕੇ ਟੌਕਸਿਸਿਟੀ ਕ੍ਰੀਏਟ ਕਰ ਦਿੰਦਾ ਹੈਗਾ। ਇੱਥੇ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਰੱਬ ਨੇ ਸਿਰਫ ਕਣਕ ਨਹੀਂ ਹੋਗਾ ਇਹ ਸਾਰੇ ਪਾਸੇ, ਰੱਬ ਨੇ ਹੋਰ ਬੜੇ ਤਰੀਕੇ ਦੇ ਆਟੇ ਬਣਾਏ ਹੈ। ਕੋਦਰੇ ਦਾ ਆਟਾ ਬਣਾਇਆ ਹੈਗਾ, ਕੰਗਣੀ ਦਾ ਆਟਾ ਬਣਾਇਆ ਹੈਗਾ, ਇਸ ਤਰ੍ਹਾਂ ਫੌਕਸਟੇਲ, ਇਸ ਤਰ੍ਹਾਂ ਬਾਰਨਯਾਰਡ, ਰਾਗੀ, ਜਵਾਰ, ਬੜੇ ਤਰ੍ਹਾਂ ਦੇ ਆਟੇ ਬਣਾਏ ਨੇ। ਤੇ ਲੇਕਿਨ ਆਪਾਂ ਇੱਕ ਨੂੰ ਹੀ ਬਚਪਨ ਤੋਂ ਲੈ ਕੇ ਪੂਰੀ ਉਮਰ ਤੱਕ ਆਪਾਂ ਇੱਕ ਹੀ ਆਟਾ ਖਾ ਰਹੇ ਹੈਗੇ ਆ। ਸੋ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਲੱਸ ਜਿਹੜੀ ਸਾਇੰਟੀਫਿਕ ਸਟੱਡੀਜ਼ ਹੋਈਆਂ ਨੇ ਉਹਦੇ ਵਿੱਚ ਕੀ ਫਾਈਂਡ ਕੀਤਾ ਗਿਆ ਹੈਗਾ ਕਿ ਜਿਹੜੀ ਵੀਟ ਹੈਗੀ, ਜਿਹੜੀ ਆਪਣੀ ਗੇਹੂੰ ਹੈਗੀ, ਉਹਦੇ ਵਿੱਚ ਜਿਹੜਾ ਫਾਈਬਰ ਕੰਟੈਂਟ ਹੈਗਾ ਉਹ ਬਹੁਤ ਘੱਟ ਹੈਗਾ ਇਨ ਕੰਪੈਰੀਜ਼ਨ ਟੂ ਦ ਪੋਜ਼ਿਟਿਵ ਮਿਲਟਸ ਲਾਈਕ ਫੌਕਸਟੇਲ ਮਿਲਟ, ਬਾਰਨਯਾਰਡ ਮਿਲਟ, ਬਰਾਊਨ ਟੌਪ ਮਿਲਟ, ਕੋਡੋ ਮਿਲਟ ਐਂਡ ਲਿਟਲ ਮਿਲਟ, ਜਿਹਦੇ ਵਿੱਚ ਫਾਈਬਰ ਦਾ ਕੰਟੈਂਟ ਇੰਨਾ ਜ਼ਿਆਦਾ ਹੈ ਕਿ ਉਹ ਅੰਦਰ ਜਾ ਕੇ ਸਰੀਰ ਦੀ ਸਫਾਈ ਕਰਦਾ ਹੈ। ਤੇ ਜੇ ਸਾਨੂੰ ਅਰਥਰਾਈਟਿਸ ਦੀ ਪ੍ਰੋਬਲਮ ਹੈਗੀ ਤੇ ਮੈਂ ਸਾਰੇ ਆਪਣੇ ਕਲਾਇੰਟਸ ਨੂੰ ਰਿਕਮੈਂਡ ਕਰਦਾ ਹਾਂ ਕਿ ਜ਼ਰੂਰ ਆਪਣੇ ਆਟੇ ਨੂੰ ਬਦਲ ਕੇ ਯੂਜ਼ ਕਰਿਆ ਕਰੋ। ਕਦੀ ਕੋਦਰੇ ਦਾ ਆਟਾ ਹੋ ਗਿਆ, ਕਦੀ ਕੰਗਣੀ ਦਾ ਆਟਾ ਹੋ ਗਿਆ, ਕਦੀ ਬਾਜਰਾ, ਕਦੀ ਜਵਾਰ। ਸਿਰਫ ਗੇਹੂੰ ਤੇ ਫੋਕਸ ਨਹੀਂ ਕਰਨਾ ਚਾਹੀਦਾ। ਕੋਈ ਖਾਸ ਕਿਸਮ ਦੀਆਂ ਦਾਲਾਂ, ਟਮਾਟਰ, ਭਿੰਡੀਆਂ ਜਾਂ ਪਾਲਕ, ਇਹ ਚੀਜ਼ਾਂ ਬਾਰੇ ਦੱਸੋਗੇ, ਇਹ ਖਾਣੀਆਂ ਕਿ ਨਹੀਂ ਖਾਣੀਆਂ? ਹਾਂ, ਆਮ ਕਰਕੇ ਧਾਰਨਾ ਬਣੀਆਂ ਹੋਈਆਂ ਨੇ ਕਿ ਟਮਾਟਰ ਨਹੀਂ ਖਾਣਾ ਹੈਗਾ ਜਾਂ ਇਸੇ ਤਰ੍ਹਾਂ ਆਪਣਾ ਦਾਲ ਨਹੀਂ ਖਾਣੀਆਂ ਹੈਗੀਆਂ ਜੇ ਤੁਹਾਡਾ ਯੂਰਿਕ ਐਸਿਡ ਵੱਧਦਾ ਹੈਗਾ ਜਾਂ ਤੁਹਾਨੂੰ ਗਠੀਏ ਦੀ ਪ੍ਰੋਬਲਮ ਹੈਗੀ ਆ। ਯਾਦ ਕਰੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਡਾਇਬੀਟੀਜ਼ ਬਾਰੇ। ਡਾਇਬੀਟੀਜ਼ ਵਿੱਚ ਕਿਹਾ ਜਾਂਦਾ ਹੈ ਕਿ ਮਿੱਠੇ ਫਲ ਨਹੀਂ ਖਾਣੇ, ਪਰ ਆਪਣੇ ਕਲਾਇੰਟ ਜਿਹੜੇ ਹੈਗੇ ਉਹ ਮਿੱਠੇ ਫਲ ਖਾ ਕੇ ਆਪਣੇ ਆਪ ਨੂੰ ਠੀਕ ਕਰਦੇ ਹੈ। ਕਿਲੋ ਅੰਬ ਖਾ ਕੇ ਉਹ ਸ਼ੂਗਰ ਨੂੰ ਠੀਕ ਕਰ ਲੈਂਦੇ ਹੈਗੇ। ਇਸੇ ਤਰ੍ਹਾਂ ਯੂਰਿਕ ਐਸਿਡ ਵਿੱਚ ਜਦ ਪ੍ਰੋਬਲਮ ਹੁੰਦੀ ਹੈ ਉਹ ਸਿਰਫ ਕੱਲੀ ਦਾਲ ਕਰਕੇ ਜਾਂ ਕੱਲੇ ਟਮਾਟਰ ਕਰਕੇ ਜਾਂ ਇਹਨਾਂ ਚੀਜ਼ਾਂ ਕਰਕੇ ਨਹੀਂ ਹੋ ਰਹੀਆਂ ਹੈਗੀਆਂ, ਉਹ ਸਾਡਾ ਓਵਰਆਲ ਲਾਈਫ ਸਟਾਈਲ ਜਿਹੜਾ ਹੈਗਾ ਉਸ ਕਰਕੇ ਪ੍ਰੋਬਲਮ ਆ ਰਹੀ ਹੈ। ਜੇ ਆਪਾਂ ਓਵਰਆਲ ਲਾਈਫ ਸਟਾਈਲ ਨੂੰ ਸੈੱਟ ਕਰ ਲਈਏ ਤੇ ਆਪਾਂ ਦਾਲ ਵੀ ਖਾ ਸਕਦੇ ਹਾਂ, ਪਾਲਕ ਵੀ ਖਾ ਸਕਦੇ ਹਾਂ, ਟਮਾਟਰ ਵੀ ਖਾ ਸਕਦੇ ਹਾਂ ਤੇ ਸਾਡੇ ਕਲਾਇੰਟਸ ਖਾਂਦੇ ਹੀ ਨੇ ਤੇ ਉਹ ਠੀਕ ਵੀ ਹੁੰਦੇ ਨੇ। ਇੱਕ ਸਵਾਲ ਹੋਰ ਹੈ, ਆਮ ਕਰਕੇ ਜਿਹਦੇ ਨਾ ਜੋੜਾਂ ਦਾ ਦਰਦ ਹੋਵੇ ਉਹਨੂੰ ਕਿਹਾ ਜਾਂਦਾ ਵੀ ਰੈੱਡ ਮੀਟ ਇਹਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ, ਖਾਸ ਕਰਕੇ ਜਿਹੜੇ ਕਿ ਮਾਸਾਹਾਰੀ ਲੋਕ ਨੇ। ਤੇ ਇੱਕ ਫਿਰ ਉਹਨਾਂ ਨੂੰ ਕਹਿ ਦਿੰਦੇ ਆ ਵੀ ਆਹ ਲਓ ਜੀ, ਇੱਕ ਛੋਟੀ ਜਿਹੀ ਗੋਲੀ ਹੈ, ਆਹ ਖਾਓ ਤੇ ਤੁਸੀਂ ਠੀਕ ਰਹੋਗੇ। ਤੇ ਉਹ ਆਮ ਕਰਕੇ ਥੋੜੇ ਸਮੇਂ ਦੇ ਲਈ ਉਹ ਠੀਕ ਹੋ ਵੀ ਜਾਂਦੇ ਆ। ਇਹਦਾ ਕੀ ਸੰਬੰਧ ਹੈ ਆਪਸ ਦੇ ਵਿੱਚ? ਹਾਂਜੀ, ਇੱਕ ਤਾਂ ਤੁਹਾਡਾ ਸਵਾਲ ਰੈਡ ਮੀਟ ਦਾ ਸੀਗਾ, ਇੱਕ ਦਵਾਈ ਦੇ ਬਾਰੇ ਸੀਗਾ। ਪਹਿਲਾਂ ਹਾਂਜੀ ਆਪਾਂ ਦਵਾਈ ਦੀ ਗੱਲ ਕਰ ਲੈਂਦੇ ਆ। ਜਦ ਵੀ ਹਾਂਜੀ ਸਾਡੇ ਕੋਲ ਦਰਦ ਹੁੰਦਾ ਹੈਗਾ ਡਾਕਟਰ ਸਾਨੂੰ ਕਹਿੰਦਾ ਕਿ ਇਹ ਦਵਾਈ ਖਾ ਲਓ, ਇਹਦੇ ਨਾਲ ਤੁਹਾਡਾ ਦਰਦ ਠੀਕ ਹੋ ਜਾਏਗਾ। ਉਹ ਅਸਲ ਵਿੱਚ ਕੀ ਹੁੰਦਾ, ਜਾਂ ਤਾਂ ਸਟੈਰੋਇਡਸ ਹੁੰਦੇ ਨੇ ਜਾਂ ਫਿਰ ਉਹ ਪੇਨ ਕਿਲਰਸ ਹੁੰਦੇ ਆ। ਜਦੋਂ ਆਪਾਂ ਉਹਨੂੰ ਖਾ ਲੈਂਦੇ ਹੈਗੇ ਤੇ ਜਿਵੇਂ ਆਪਾਂ ਗੱਲ ਕੀਤੀ ਸੀ ਬਿਮਾਰੀ ਕਿਉਂ ਸੀਗੀ, ਕਿਉਂਕਿ ਉੱਥੇ ਘਾਵ ਬਣਿਆ ਹੋਇਆ ਸੀਗਾ। ਉਹ ਪੇਨ ਜੀ ਕਿਲਰ ਸਾਡਾ ਘਾਵ ਨਹੀਂ ਠੀਕ ਕਰਦਾ। ਉਹ ਕੀ ਕਰਦਾ ਹੈਗਾ, ਉਹ ਜਿਹੜਾ ਬ੍ਰੇਨ ਨੂੰ ਸਿਗਨਲ ਜਾਣਾ ਸੀਗਾ ਦਰਦ ਦਾ, ਉਹ ਸਿਗਨਲ ਨੂੰ ਕੱਟ ਕਰ ਦਿੰਦਾ ਹੈਗਾ। ਫੋਰ ਐਗਜ਼ਾਮਪਲ, ਆਪਾਂ ਹਾਈਵੇ ਤੇ ਗੱਡੀ ਲੈ ਕੇ ਜਾ ਰਹੇ ਹੈਗੇ ਆ, ਸਾਡੇ ਗੱਡੀ ਵਿੱਚ ਸਿਗਨਲ ਆਇਆ ਕਿ ਬਈ ਤੁਹਾਡਾ ਪੈਟਰੋਲ ਹੁਣ ਕੱਟ ਹੋ ਗਿਆ, ਪੈਟਰੋਲ ਭਰਾ ਲਓ। ਸਿਆਣਾ ਬੰਦਾ ਕੀ ਕਰਦਾ ਹੈਗਾ, ਉਹ ਗੱਡੀ ਨੂੰ ਸਾਈਡ ਤੋਂ ਲੰਘਾ ਕੇ ਤੇ ਪੈਟਰੋਲ ਪੰਪ ਜਾ ਕੇ ਪੈਟਰੋਲ ਭਰਾ ਕੇ ਫਿਰ ਅੱਗੇ ਜਾਂਦਾ ਹੈਗਾ। ਲੇਕਿਨ ਜਿਹੜੇ ਬਹੁਤ ਜ਼ਿਆਦਾ ਸਿਆਣੇ ਹੁੰਦੇ ਆ ਉਹ ਕੀ ਕਰਦੇ ਆ, ਉਹ ਸਿਗਨਲ ਹੀ ਕੱਟ ਦਿੰਦੇ ਹੈਗੇ ਤੇ ਅੱਗੇ ਜਾ ਕੇ ਗੱਡੀ ਰੁਕ ਜਾਂਦੀ ਹੈਗੀ। ਸੋ ਇਹ ਕੀ ਚੱਕਰ ਹੋਇਆ ਕਿ ਦਵਾਈ ਖਾ ਕੇ ਆਪਾਂ ਆਪਣਾ ਇਲਾਜ ਨਹੀਂ ਕੀਤਾ, ਉਸ ਪੇਨ ਦਾ ਸਿਗਨਲ ਨੂੰ ਕੱਟ ਦਿੱਤਾ। ਉਹ ਪੇਨ ਸਾਨੂੰ ਦੱਸ ਰਿਹਾ ਸੀਗਾ, ਉਹ ਦਰਦ ਸਾਨੂੰ ਦੱਸ ਰਿਹਾ ਸੀਗਾ ਕਿ ਉੱਥੇ ਧਿਆਨ ਦੇ, ਉੱਥੇ ਠੀਕ ਕਰਨ ਵਾਲਾ ਕੁਝ ਹੈਗਾ। ਪਰ ਅਸੀਂ ਕਿਹਾ ਨਹੀਂ, ਅਸੀਂ ਗੋਲੀ ਖਾ ਕੇ ਉਸ ਪੇਨ ਨੂੰ ਦਬਾ ਲੈਂਦੇ ਹਾਂ। ਫਿਰ ਹੁੰਦਾ ਕੀ ਹੈ, ਉਸ ਗੋਲੀ ਦੀ ਪ੍ਰਵਿਰਤੀ ਇਹ ਹੈ ਕਿ ਕੁਝ ਟਾਈਮ ਤੱਕ ਉਹ ਪੇਨ ਨੂੰ ਕੰਟਰੋਲ ਕਰ ਲੈਂਦੀ ਹੈ, ਪਰ ਜਦੋਂ ਘਾਵ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ, ਫਿਰ ਡਾਕਟਰ ਕਹਿੰਦਾ ਹੁਣ ਤਾਂ ਤੁਹਾਡੀ ਦਵਾਈ ਕੰਮ ਨਹੀਂ ਆਏਗੀ, ਹੁਣ ਤਾਂ ਤੁਹਾਨੂੰ ਆਪਣੀ ਸਰਜਰੀ ਕਰਵਾਉਣੀ ਪਏਗੀ, ਨੀ ਰਿਪਲੇਸਮੈਂਟ ਕਰਵਾਉਣੀ ਪਏਗੀ। ਤੇ ਇੱਕ ਤਾਂ ਖਰਚਾ ਤਾਂ ਉਹਦੇ ਵਿੱਚ ਹੁੰਦਾ ਹੀ ਹੈ, ਦੂਜੀ ਗੱਲ ਉਹਦੇ ਵਿੱਚ ਨੁਕਸਾਨ ਕੀ ਹੈ ਕਿ ਸਾਰੀ ਸਰਜਰੀ ਉਨੀ ਸਕਸੈਸਫੁਲ ਨਹੀਂ ਹੁੰਦੀਆਂ। ਪਲੱਸ ਸਰਜਰੀ ਕਰਾਉਣ ਤੋਂ ਬਾਅਦ ਅਗਰ ਚੋਟ ਲੱਗੇ, ਡਿੱਗ ਗਏ ਕਿਤੇ ਤੇ ਫਿਰ ਦੁਬਾਰਾ ਸਰਜਰੀ ਕਰਵਾਉਣੀ ਪੈ ਸਕਦੀ ਹੈਗੀ। ਪਲੱਸ ਥੱਲੇ ਚੌਂਕੜੀ ਮਾਰਨ ਵਿੱਚ ਵੀ ਕਾਫੀ ਔਖਿਆਈ ਆਉਂਦੀ ਹੈਗੀ। ਸੋ ਇਟਸ ਆਲਵੇਜ਼ ਬੈਟਰ ਕਿ ਨੈਚੁਰਲੀ ਹੀ ਆਪਣੇ ਆਪ ਨੂੰ ਅਸੀਂ ਆਪਣੇ ਖਾਣ ਪੀਣ ਨੂੰ ਬਦਲ ਕੇ ਠੀਕ ਕਰ ਲਿਆ ਜਾਏ। ਤੇ ਦੂਜੀ ਚੀਜ਼ ਇਹ ਸਵਾਲ ਸੀਗਾ ਰੈਡ ਮੀਟ ਬਾਰੇ। ਰੈਡ ਮੀਟ ਜਿਹੜਾ ਹੈਗਾ ਉਹ ਹਿਊਮਨ ਬੋਡੀ ਵਾਸਤੇ ਡਾਈਜੈਸਟ ਕਰਨਾ ਬਹੁਤ ਔਖਾ ਹੈਗਾ। ਪਲੱਸ ਨੈਚੁਰਲੀ ਹੀ ਆਪਾਂ ਅਗਰ ਦੇਖੀਏ ਤੇ ਇਨਸਾਨ ਦਾ ਸਰੀਰ ਜਿਹੜਾ ਹੈਗਾ ਉਹ ਕੁਦਰਤ ਨੇ ਬਣਾਇਆ ਹੀ ਇਸ ਤਰ੍ਹਾਂ ਨਹੀਂ ਹੈਗਾ ਕਿ ਉਹ ਨਾਨ ਵੈਜ ਡਾਈਜੈਸਟ ਕਰ ਸਕੇ, ਕਿਉਂਕਿ ਇਸ ਦੀ ਜਿਹੜੀ ਇੰਟੈਸਟਾਈਨਸ ਦੀ ਜਿਹੜੀ ਅਗਰ ਆਪਾਂ ਬਣਤਰ ਦੇਖੀਏ
ਦੰਦਾਂ ਦੀ ਬਣਤਰ ਦੇਖੀਏ, ਨਾਖੂਨਾਂ ਦੇ ਬਣਤਰ ਦੇਖੀਏ ਜਾਂ ਸਾਡੀ ਬੋਡੀ ਦਾ ਹਾਈਡਰੋਕਲੋਰਿਕ ਐਸਿਡ ਦੀ ਆਪਾਂ ਬਣਤਰ ਦੇਖੀਏ, ਉਹ ਸਾਰੇ ਫੈਕਟਰਸ ਨੂੰ ਸਟੱਡੀ ਕਰਕੇ ਪਤਾ ਲੱਗਦਾ ਹੈਗਾ ਕਿ ਜਿਹੜਾ ਮੈਨ ਹੈਗਾ, ਜਿਹੜਾ ਹਿਊਮਨ ਬੀਇੰਗ ਹੈਗਾ, ਇਹ ਪਲਾਂਟ ਬੇਸਡ ਫੂਡ ਖਾਣ ਵਾਸਤੇ ਬਣਿਆ ਹੈਗਾ। ਇਹ ਨਾਨ ਵੈਜ ਮਾਸਾਹਾਰੀ ਆਹਾਰ ਵਾਸਤੇ ਬਣਿਆ ਨਹੀਂ ਹੈਗਾ। ਤੇ ਜੇ ਉਹ ਮਾਸਾਹਾਰੀ ਆਹਾਰ ਕਰਦਾ ਹੈਗਾ ਤੇ ਉਹਦੀ ਬਹੁਤ ਸਾਰੀ ਬਿਮਾਰੀਆਂ ਵੱਧਦੀਆਂ ਨੇ, ਜਿਹੜੀ ਕਿ ਬਹੁਤ ਸਾਰੀ ਸਾਇੰਟੀਫਿਕ ਸਟੱਡੀਜ਼ ਵਿੱਚ ਹੁਣ ਤੱਕ ਦੇਖੀਆਂ ਜਾ ਸਕਦੀਆਂ ਨੇ। ਜਿਵੇਂ ਕਿ ਮੈਂ ਦੱਸਿਆ ਸੀ, ਦਾ ਚਾਈਨਾ ਸਟੱਡੀ ਸਭ ਤੋਂ ਵੱਡੀ ਸਟੱਡੀ ਅੱਜ ਤੱਕ ਹੋਈ ਹੈ। ਉਹਦੇ ਵਿੱਚ ਦੇਖਿਆ ਗਿਆ ਹੈ ਕਿ ਜਿੰਨਾ ਬੰਦਾ ਪ੍ਰੋਟੀਨ ਐਨੀਮਲ ਸੋਰਸਿਸ ਤੋਂ ਲੈਂਦਾ ਹੈ, ਉਨਾ ਹੀ ਉਹਦੇ ਅੰਦਰ ਸਰੀਰ ਵਿੱਚ ਬਿਮਾਰੀ ਬਣਦੀ ਹੈ, ਇਨਕਲੂਡਿੰਗ ਕੈਂਸਰ, ਹਾਰਟ ਡਿਜ਼ੀਜ਼, ਆਰਥਰਾਈਟਿਸ, ਆਸਟੀਓਪੋਰੋਸਿਸ ਔਰ ਬਹੁਤ ਸਾਰੀ ਬਿਮਾਰੀਆਂ ਇਸ ਕਰਕੇ ਵੱਧ ਜਾਂਦੀਆਂ ਨੇ। ਜੀ ਆਪਾਂ ਹੁਣ ਬਿਮਾਰੀ ਦੇ ਕਾਰਨ, ਲੱਛਣ, ਇਹ ਤਾਂ ਸਾਰਾ ਕੁਝ ਜਾਣ ਲਿਆ। ਹੁਣ ਆਈਏ ਅਸੀਂ ਇੱਥੇ ਵੀ, ਇਸ ਦਾ ਇਲਾਜ ਕੀ ਹੈ? ਕਿਹੜਾ ਉਹ ਭੋਜਨ ਹੈ ਵੀ ਜਿਹੜਾ ਖਾਇਆ ਜਾਵੇ ਤੇ ਕਿਹੜੀ ਕੋਈ ਖਾਸ ਐਕਸਰਸਾਈਜ਼ ਹੋਵੇ ਵੀ ਇਹ ਇੰਨੀ ਕੁ ਐਕਸਰਸਾਈਜ਼ ਵੀ ਕਰੀ ਜਾਏ? ਹੁਣ ਅਸੀਂ ਇਲਾਜ ਵਾਲੇ ਪਾਸੇ ਜਾਈਏ, ਇਹ ਨਾ ਅਸੀਂ ਇਕੱਲੀ ਬਿਮਾਰੀ ਦੱਸੀਏ, ਇਲਾਜ ਵੀ ਦੱਸੋ ਵੀ ਕਿਹੜੀ ਖੁਰਾਕ ਖਾਣੀ ਚਾਹੀਦੀ ਹੈ? ਹਾਂਜੀ, ਜਿਵੇਂ ਕਿ ਆਪਾਂ ਸਾਰੀ ਬਿਮਾਰੀਆਂ ਜਿਹੜੀਆਂ ਆਪਾਂ ਡਿਸਕਸ ਕੀਤੀਆਂ, ਸ਼ੂਗਰ ਬਾਰੇ, ਬੀਪੀ ਬਾਰੇ, ਆਪਾਂ ਪੂਰੀ ਇਲਾਜ ਦੱਸਿਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕੀ ਕਰਨਾ ਹੈ। ਉਸੇ ਤਰ੍ਹਾਂ ਆਪਾਂ ਅੱਜ ਦਾ ਵੀ ਆਰਥਰਾਈਟਿਸ ਦਾ ਵੀ ਇਲਾਜ ਦੱਸਾਂਗੇ। ਇਹਦੇ ਵਿੱਚ ਥੋੜਾ ਜਿਹਾ ਚੇਂਜ ਹੋਏਗਾ ਪਿਛਲੀ ਵਾਰੀ ਨਾਲੋਂ। ਸਵੇਰੇ ਉੱਠ ਕੇ ਆਪਾਂ ਨੂੰ ਦਾਲਚੀਨੀ ਦਾ ਕਾੜਾ ਪੀਣਾ ਹੈਗਾ ਜੀ। ਕਾੜਾ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਪਤਾ ਹੀ ਹੋਏਗਾ ਕਿ ਦਾਲਚੀਨੀ ਦਾ ਕਾੜਾ ਕਿਵੇਂ ਬਣਾਉਣਾ ਹੈ। ਅੱਧਾ ਚਮਚ ਦਾਲਚੀਨੀ ਲੈ ਕੇ 2 ਗਲਾਸ ਪਾਣੀ ਨੂੰ ਤਵੇ ਤੇ ਮਤਲਬ ਗੈਸ ਤੇ ਰੱਖ ਕੇ ਤੇ ਉਹਨੂੰ ਉਬਾਲ ਕੇ ਤੇ 5-10 ਮਿੰਟ ਬਾਅਦ ਉਹਨੂੰ ਸਿਪ ਕਰਕੇ ਪੀ ਲੈਣਾ ਹੈਗਾ। ਉਸ ਤੋਂ ਬਾਅਦ ਇਹ 9 ਖਾਲੀ ਵਜੇ ਪੇਟ ਪੀਣਾ ਕਿ ਕਿਸੇ ਖਾਸ ਟਾਈਮ ਤੇ ਜਿਸ ਮਰਜ਼ੀ ਟਾਈਮ ਪੀ ਸਕਦੇ ਆ? ਇਹ ਸਵੇਰੇ ਉੱਠ ਕੇ ਖਾਲੀ ਪੇਟ ਜਿਹੜੀ ਪਹਿਲੀ ਚੀਜ਼ ਹੈਗੀ ਉਹ ਦਾਲਚੀਨੀ ਦਾ। ਉਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਲੈਣੀ ਹੈਗੀ ਉਹ ਹੈਗਾ ਫਲ। ਕਿੰਨੇ ਫਲ ਖਾਣੇ ਹੈਗੇ ਆ? ਬੋਡੀ weight into 10, यानी कि अगर मेरा वेट 70 किलो है तो 700 ग्राम, अगर ਤੁਹਾਡਾ weight 80 किलो है तो 800 ग्राम। ਯਾਨੀ 3-4 ਤਰ੍ਹਾਂ ਦੇ ਫਲ, ਕੋਈ ਵੀ ਜਿਹੜੇ ਤੁਹਾਨੂੰ ਪਸੰਦ ਨੇ, ਸਸਤੇ ਨੇ, ਸੀਜ਼ਨ ਵਿੱਚ ਨੇ, ਉਹ ਫਲ ਤੁਸੀਂ ਚੂਜ਼ ਕਰ ਲਓ ਤੇ ਉਹਨੂੰ ਪੂਰਾ ਪੇਟ ਭਰ ਕੇ ਰੱਜ ਕੇ ਖਾਓ। ਸਵੇਰ ਦੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਵਿੱਚ 3-4 ਤਰ੍ਹਾਂ ਦੇ ਫਲ ਘੱਟੋ ਘੱਟ 700-800 ਗ੍ਰਾਮ ਰੱਜ ਕੇ ਖਾਓ। ਇਹ ਸਾਡਾ ਹੋ ਗਿਆ ਮਾਰਨਿੰਗ ਦਾ ਬ੍ਰੇਕਫਾਸਟ। ਇਸ ਤੋਂ ਬਾਅਦ ਆਉਂਦਾ ਲੰਚ। ਸਾਡੇ ਲੰਚ ਵਿੱਚ ਕੀ ਕਰਨਾ ਹੈ? ਸਾਨੂੰ 2 ਪਲੇਟਾਂ ਲੈਣੀਆਂ ਹੈਗੀਆਂ। ਇੱਕ ਪਲੇਟ ਵਿੱਚ ਕੀ ਹੋਏਗਾ? 3-4 ਤਰ੍ਹਾਂ ਦੀਆਂ ਕੱਚੀ ਸਬਜ਼ੀਆਂ, ਜਿਹਦਾ weight ਲਗਭਗ 300 ਤੋਂ 400 ਗ੍ਰਾਮ ਹੋਏਗਾ ਹੀ ਹੋਏਗਾ। ਘੱਟੋ ਘੱਟ 300-400 ਗ੍ਰਾਮ, ਜ਼ਿਆਦਾ ਵੀ ਹੋ ਸਕਦਾ ਹੈ। ਜਿਵੇਂ ਖੀਰਾ, ਟਮਾਟਰ, ਮੂਲੀ, ਪਾਲਕ ਦੇ ਪੱਤੇ, ਗਾਜਰ ਦੇ ਪੱਤੇ, ਮੂਲੀ ਦੇ ਪੱਤੇ। ਇਸ ਤੋਂ ਇਲਾਵਾ ਉਹਦੇ ਵਿੱਚ ਹੁਣ ਖਾਸ ਗੱਲ ਕੀ ਹੈ ਕਿ ਪਾਣਾ ਕੀ ਹੈਗਾ? ਭਿਗੋਈ ਹੋਈ ਮੂੰਗਫਲੀ, 10-15 ਦਾਣੇ ਮੂੰਗਫਲੀ ਦੇ ਭਿਗੋਏ ਹੋਏ ਉਹਦੇ ਵਿੱਚ ਪਾਣੇ ਹੈਗੇ। ਇਸ ਤੋਂ ਇਲਾਵਾ ਅੱਧਾ ਚਮਚ ਤਿਲ ਦੇ ਦਾਣਿਆਂ ਦਾ, ਯਾਨੀ ਸੈਸਮੇ ਸੀਡ ਦਾ ਪਾਣਾ ਹੈਗਾ। ਇਸ ਤੋਂ ਇਲਾਵਾ 1 ਚਮਚ ਉਹਦੇ ਵਿੱਚ ਭਿਗੋਇਆ ਹੋਇਆ ਮੇਥੀ ਦਾ ਦਾਣਾ ਪਾਣਾ ਹੈਗਾ। ਤੇ ਇਸ ਤੋਂ ਇਲਾਵਾ ਉਹਦੇ ਵਿੱਚ 2 ਪੀਸ ਵੱਡੇ ਕੱਦੂਕਸ ਕੀਤੇ ਹੋਏ ਨਾਰੀਅਲ ਪਾਣੇ ਹੈਗੇ ਆ। ਤੋ ਇਹ ਕੰਬੀਨੇਸ਼ਨ ਬਣ ਜਾਏਗਾ ਜਿਹੜਾ ਸਾਡੀ ਬੋਡੀ ਨੂੰ ਚੰਗੀ ਤਰ੍ਹਾਂ ਹੀਲ ਵੀ ਕਰੇਗਾ, ਪਲੱਸ ਨੈਚੁਰਲ ਫੈਟਸ ਵੀ ਦਊਗਾ, ਪਲੱਸ ਉਹਦੇ ਵਿੱਚ ਜਿਹੜੇ ਮਿਨਰਲ ਡਿਫੀਸ਼ੀਐਂਸੀ ਆ ਰਹੀ ਸੀ ਉਹਨੂੰ ਵੀ ਫੁੱਲਫਿਲ ਕਰੇਗਾ। ਇਹ ਹੋ ਗਈ ਸਾਡੀ ਪਲੇਟ 1। ਮੌਸਮ ਦਾ ਕੋਈ ਫਰਕ ਪੈਂਦਾ ਸਰਦੀ ਗਰਮੀ ਦੇ ਵਿੱਚ? ਇਹ ਜਿਵੇਂ ਸੀਸਮ ਸੀਡ ਤੁਸੀਂ ਦੱਸਿਆ ਜਾਂ ਫਿਰ ਦਾਲਚੀਨੀ ਦੱਸਿਆ ਵੀ ਲੋਕੀ ਸੋਚਦੇ ਆ ਵੀ ਇਹ ਸਰਦੀ ਦੇ ਵਿੱਚ ਲੈਣੇ ਚਾਹੀਦੇ ਆ, ਵੀ ਗਰਮੀ ਸਰਦੀ ਦਾ ਵੀ ਕੋਈ ਪ੍ਰਭਾਵ ਪੈਂਦਾ ਜੀ? ਹਾਂਜੀ, ਗਰਮੀ ਸਰਦੀ ਦਾ ਵੀ ਫਰਕ ਪੈਂਦਾ ਹੈਗਾ, ਲੇਕਿਨ ਜਿਹੜਾ ਮੈਂ ਕੁਆਂਟੀਟੀ ਦੱਸੀ ਹੈ ਉਹ ਇੰਨੀ ਕੁਆਂਟੀਟੀ ਹੈਗੀ ਹੈ ਕਿ ਜਿਹੜੇ ਦੋਵੇਂ ਸੀਜ਼ਨਸ ਵਿੱਚ ਲਈ ਜਾ ਸਕਦੀ ਹੈਗੀ। ਤੇ ਸਰਦੀਆਂ ਵਿੱਚ ਤਾਂ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ। ਤੇ ਜੇ ਗਰਮੀਆਂ ਵਿੱਚ ਕਿਸੇ ਨੂੰ ਲੱਗਦਾ ਹੈ ਕਿ ਥੋੜੀ ਗਰਮੀ ਵੱਧ ਰਹੀ ਹੈਗੀ ਹੈ ਤਾਂ ਉਹ ਕੁਆਂਟੀਟੀ ਮੂੰਗਫਲੀਆਂ ਦੀ ਘਟਾ ਦੇਵੇ, ਸੀਸਮੇ ਸੀਡ ਦੀ ਘਟਾ ਦੇਵੇ, ਮੇਥੀ ਦਾਣੇ ਦੀ ਥੋੜੀ ਕੁਆਂਟੀਟੀ ਘਟਾ ਦੇਵੇ। ਸਰਦੀਆਂ ਵਾਸਤੇ ਤਾਂ ਇਹ ਕੁਆਂਟੀਟੀ ਬਹੁਤ ਵਧੀਆ ਹੈਗੀ ਆ। ਜੀ। ਨਾਰੀਅਲ ਹੋ ਗਿਆ ਉਹਦੇ ਵਿੱਚ ਕੱਦੂਕਸ ਕੀਤਾ ਹੋਇਆ, ਥੋੜੇ ਜਿਹੇ ਮੇਥੀ ਦਾਣੇ ਹੋ ਗਏ, ਥੋੜੀ ਜਿਹੀ ਮੂੰਗਫਲੀਆਂ, ਥੋੜੇ ਜਿਹੇ ਤਿਲ ਦੇ ਦਾਣੇ ਤੇ ਬਾਕੀ 300-400 ਗ੍ਰਾਮ ਸਲਾਦ ਹੋ ਗਿਆ। ਇਹ ਸਾਡੀ ਪਲੇਟ 1 ਹੈ। ਪਹਿਲਾਂ ਆਪਾਂ ਨੂੰ ਇਹ ਛਕ ਲੈਣਾ ਹੈਗਾ। ਇਸ ਤੋਂ ਬਾਅਦ ਘਰ ਦਾ ਬਣਿਆ ਹੋਇਆ ਦਾਲ, ਰੋਟੀ, ਚਾਵਲ, ਸਬਜ਼ੀ ਜੋ ਵੀ ਆਪਾਂ ਨਾਰਮਲ ਖਾਂਦੇ ਹੈਗੇ ਆ, ਉਹ ਇਸ ਸਲਾਦ ਦੀ ਪਲੇਟ ਨੂੰ ਖਾਣ ਤੋਂ ਬਾਅਦ 5-10 ਮਿੰਟ ਬਾਅਦ ਖਾਧੀ ਜਾ ਸਕਦੀ ਹੈ। ਤੋ ਇਹ ਸਾਡਾ ਲੰਚ ਹੋ ਗਿਆ। ਇਸੇ ਤਰ੍ਹਾਂ ਸਾਡਾ ਜਿਹੜਾ ਡਿਨਰ ਹੈਗਾ ਉਹ ਵੀ ਲੰਚ ਵਾਂਗ ਕਰਨਾ ਹੈਗਾ। ਬਸ ਡਿਨਰ ਵਿੱਚ ਸਾਨੂੰ ਮੂੰਗਫਲੀ ਤੇ ਤਿਲ ਦੇ ਦਾਣੇ ਨਹੀਂ ਪਾਣੇ ਹੈਗੇ ਤੇ ਮੇਥੀ ਦਾਣੇ ਵੀ ਨਹੀਂ ਪਾਣੇ ਹੈਗੇ। ਸਿਰਫ 3-4 ਤਰ੍ਹਾਂ ਦੀ ਕੱਚੀ ਸਬਜ਼ੀਆਂ ਹੋਣਗੀਆਂ, 300-400 ਗ੍ਰਾਮ, ਪਲੱਸ ਉਹਦੇ ਵਿੱਚ ਹੋਏਗਾ ਕੱਦੂਕਸ ਕੀਤਾ ਹੋਇਆ ਨਾਰੀਅਲ। ਇਹ ਖਾਣ ਤੋਂ ਬਾਅਦ ਫਿਰ ਰੋਟੀ ਸਬਜ਼ੀ ਜਿਹੜੀ ਰਾਤ ਦੀ ਹੈ ਆਪਾਂ ਨਾਰਮਲ ਖਾ ਸਕਦੇ ਹਾਂ। ਤੇ ਵਿੱਚ ਜੇ ਸਨੈਕਸ ਲੈਣ ਦਾ ਅਗਰ ਕਿਸੇ ਨੂੰ ਜੀ ਕਰੇ ਸ਼ਾਮ ਨੂੰ 5 ਵਜੇ ਜਾਂ 4 ਵਜੇ, ਤੇ ਨਾਰੀਅਲ ਦਾ ਪਾਣੀ ਬੜੇ ਆਰਾਮ ਨਾਲ ਸਿਪ ਕਰਕੇ ਪੀਤਾ ਜਾ ਸਕਦਾ ਹੈ, ਜਾਂ ਫਿਰ ਹਰੇ ਪੱਤਿਆਂ ਦਾ ਜੂਸ ਪੀਤਾ ਜਾ ਸਕਦਾ ਹੈ। ਜਿਵੇਂ ਪਾਲਕ, ਖੀਰੇ ਤੇ ਆਪਣਾ ਉਹਦੇ ਵਿੱਚ ਪੁਦੀਨਾ ਪਾ ਕੇ ਜੂਸ ਬਣਾ ਕੇ ਪੀਤਾ ਜਾ ਸਕਦਾ ਹੈ। ਪਰ ਇਹ ਧਿਆਨ ਰੱਖਣਾ ਹੈਗਾ ਉਸ ਜੂਸ ਨੂੰ ਬੜੇ ਹੀ ਆਰਾਮ ਨਾਲ ਸਿਪ ਕਰਕੇ ਪੀਣਾ ਹੈਗਾ, ਤਾਂ ਉਹ ਫਾਇਦਾ ਕਰੂ। ਜੀ। ਤੇ ਹੋਰ ਕੋਈ ਖਾਸ ਗੱਲਾਂ ਦਾ ਜਿਨ੍ਹਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੋਵੇ ਇਸ ਵਿੱਚ? ਹਾਂਜੀ, ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਹੈਗਾ। 2 ਚੀਜ਼ਾਂ ਹੈਗੀਆਂ ਪਰਹੇਜ਼ ਵਿੱਚ। ਪਹਿਲੀ ਚੀਜ਼ ਤਾਂ ਹੈਗੀ ਹੈ ਕੋਈ ਵੀ ਪੈਕੇਜ, ਪ੍ਰੋਸੈਸਡ ਜਾਂ ਰਿਫਾਈਨਡ ਫੂਡ ਨਹੀਂ ਖਾਣਾ।
ਪੀਜ਼ਾ, 버ਗਰ, ਪੈਟੀਜ਼, ਮੈਗੀ, ਕੋਈ ਵੀ ਚੀਜ਼ ਜਿਹੜਾ ਪੈਕਟ ਬੰਦ ਹੋ ਕੇ ਆਉਂਦੀ ਹੈ ਜਾਂ ਰਿਫਾਈਨਡ ਡਬਲ ਰਿਫਾਈਨ ਹੋ ਕੇ ਆਉਂਦੀ ਹੈ, ਉਹ ਨਹੀਂ ਖਾਣੀ। ਸਫੇਦ ਚੀਨੀ ਨਹੀਂ ਖਾਣੀ ਤੇ ਮੈਦਾ ਨਹੀਂ ਖਾਣਾ। ਇਸ ਤੋਂ ਇਲਾਵਾ ਜਿਹੜੀ ਸਮੋਕਿੰਗ ਹੈਗੀ, ਸ਼ਰਾਬ ਪੀਣਾ ਹੈਗਾ, ਇਹ ਕੰਮ ਨਹੀਂ ਕਰਨਾ ਹੈਗਾ। ਇਸ ਤੋਂ ਇਲਾਵਾ ਘੱਟੋ ਘੱਟ 45 ਮਿੰਟ ਧੁੱਪ ਦੇ ਥੱਲੇ ਬਹਿਣਾ ਹੈਗਾ। ਘੱਟੋ ਘੱਟ 45 ਮਿੰਟ ਧੁੱਪ ਦੇ ਥੱਲੇ ਬਹਿਣਾ ਹੈਗਾ। ਤੇ ਜਿਸ ਏਰੀਆ ਵਿੱਚ ਸਭ ਤੋਂ ਵੱਧ ਪੇਨ ਹੈਗਾ, ਉਹ ਏਰੀਆ ਪੂਰੇ ਟਾਈਮ ਧੁੱਪ ਨੂੰ ਐਕਸਪੋਜ਼ ਕਰਕੇ ਰੱਖਣਾ ਹੈ। ਮੰਨ ਲਓ ਜੋੜੇ ਵਿੱਚ ਦਰਦ ਹੈਗਾ ਤੇ ਧੁੱਪ ਸਿੱਧੀ ਜੋੜਿਆਂ ਤੇ ਪੈਣੀ ਚਾਹੀਦੀ ਹੈਗੀ। ਤੇ ਜੇ ਉਹਦਾ ਅਸਰ ਵਧਾਉਣਾ ਹੈਗਾ ਤੇ ਉੱਥੇ ਫਰੈਸ਼ ਐਲੋਵੇਰਾ ਦਾ ਜੈਲ ਕੱਟ ਕੇ ਪੱਤੇ ਵਿੱਚੋਂ ਉਸ ਜਗ੍ਹਾ ਤੇ ਅਪਲਾਈ ਕਰਕੇ ਫਿਰ ਧੁੱਪ ਵਿੱਚ ਬਹਿਣਾ ਹੈਗਾ, ਫਿਰ ਉਸ ਦਾ ਜ਼ਿਆਦਾ ਫਰਕ ਪੈਂਦਾ ਹੈਗਾ। ਕੋਈ ਹੋਰ ਖਾਸ ਜਿਹੜੀ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇ ਜਾਂ ਕੋਈ ਖਾਸ ਮੈਸੇਜ ਤੁਸੀਂ ਇਸ ਵੀਡੀਓ ਦੇ ਰਾਹੀਂ ਦੇਣਾ ਚਾਹੋ? ਹਾਂਜੀ, ਇੱਕ ਤਾਂ ਐਨੀਮਲ ਫੂਡ ਵੀ ਛੱਡਣਾ ਪੈਣਾ ਹੈਗਾ ਇਸ ਦੇ ਵਿੱਚ, ਕਿ ਕੋਈ ਵੀ ਨਾਨ ਵੈਜ ਦਾ ਵੀ ਪ੍ਰਯੋਗ ਨਹੀਂ ਕਰਨਾ ਹੈਗਾ। ਤੇ ਜਿਹੜਾ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਉਹ ਇਹ ਹੈਗਾ ਕਿ ਇਹ ਅਕਸਰ ਸੋਚਿਆ ਜਾਂਦਾ ਹੈ ਕਿ ਇੱਕ ਵਾਰ ਜੋੜਿਆਂ ਦੀ ਪ੍ਰੋਬਲਮ ਸ਼ੁਰੂ ਹੋ ਗਈ ਤੇ ਹੁਣ ਨੀ ਰਿਪਲੇਸਮੈਂਟ ਤੱਕ ਹੀ ਜਾਏਗੀ, ਪਰ ਇਸ ਤਰ੍ਹਾਂ ਨਹੀਂ ਹੈ। ਹਰ ਵਾਰੀ ਤੁਸੀਂ ਠੀਕ ਹੋ ਸਕਦੇ ਹੋ ਅਗਰ ਤੁਸੀਂ ਆਪਣਾ ਖਾਣ ਪੀਣ ਬਦਲ ਲਵੋ। ਇੱਥੇ ਮੈਂ ਨੌਜਵਾਨਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਛੋਟੀ ਉਮਰ ਵਿੱਚ ਇਹ ਕਿਉਂ ਤਕਲੀਫਾਂ ਆਉਣ ਲੱਗ ਪਈਆਂ ਨੇ, ਕਿਉਂਕਿ ਸਾਡਾ ਖਾਣ ਪੀਣ ਤਾਂ ਗਲਤ ਹੈ ਹੀ, ਪਲੱਸ ਉਸ ਤੋਂ ਇਲਾਵਾ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਜਿਹੜੇ ਵਿਚਾਰ ਨੇ ਉਸ ਕਰਕੇ ਵੀ ਦਿੱਕਤ ਆਉਂਦੀ ਹੈ। ਤੇ ਜਿਹੜਾ ਕੋਈ ਬੰਦਾ ਕਾਮੁਕ ਪ੍ਰਵਿਰਤੀ ਦਾ ਜ਼ਿਆਦਾ ਹੋਏਗਾ ਤੇ ਇਸ ਤਰ੍ਹਾਂ ਦੀ ਚੀਜ਼ਾਂ ਕਰੇਗਾ ਤੇ ਉਹਦੇ ਸਰੀਰ ਵਿੱਚ ਨਿਊਟ੍ਰੀਸ਼ਨ ਡੈਫੀਸ਼ੀਐਂਸੀ ਹੋਏਗੀ। ਨਿਊਟ੍ਰੀਸ਼ਨ ਡੈਫੀਸ਼ੀਐਂਸੀ ਹੋਣ ਕਰਕੇ ਤੁਹਾਡੇ ਉੱਥੇ ਦੀ ਲੁਬਰੀਕੇਸ਼ਨ ਖਰਾਬ ਹੋਏਗੀ, ਉੱਥੇ ਉਹਨਾਂ ਨਿਊਟ੍ਰੀਐਂਟਸ ਨਹੀਂ ਪਹੁੰਚੇਗਾ ਤੇ ਤੁਹਾਨੂੰ ਵੀ ਇਹ ਪ੍ਰੋਬਲਮ ਆ ਸਕਦੀ ਹੈਗੀ। ਤਾਂ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਵੀ ਪਿੱਛੇ ਹਟ ਜਾਣਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਵਿੱਚ ਜਿਵੇਂ ਮਹਾਰਾਜ ਸਾਹਿਬ ਨੇ ਸਾਰਾ ਕੁਝ ਲਿਖਿਆ ਹੀ ਹੈਗਾ, ਹੈ ਨਾ। ਕਿਹੜੇ-ਕਿਹੜੇ ਲੋਕ ਇਹ ਚੀਜ਼ਾਂ ਨੂੰ ਧਾਰਨ ਕਰ ਸਕਦੇ ਆ, ਮੰਨ ਸਕਦੇ ਆ, ਜਾਂ ਫਿਰ ਇੱਕ ਖਾਸ ਰੇਂਜ ਤੋਂ ਬਾਅਦ ਉਸ ਨੂੰ ਡਾਕਟਰੀ ਸਲਾਹ ਵੀ ਲੈ ਲੈਣੀ ਚਾਹੀਦੀ ਹੈ? ਹਾਂਜੀ, ਸੋ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਡੀ ਉਮਰ 45 ਸਾਲ ਤੋਂ ਘੱਟ ਹੈਗੀ ਤੇ ਤੁਹਾਨੂੰ ਸਿਰਫ ਕੇਵਲ ਤੇ ਕੇਵਲ ਅਰਥਰਾਈਟਿਸ ਦੀ ਹੀ ਪ੍ਰੋਬਲਮ ਹੈਗੀ, ਉਸ ਤੋਂ ਇਲਾਵਾ ਡਾਇਬੀਟੀਜ਼, ਬੀਪੀ ਜਾਂ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ, ਜਾਂ ਤੁਸੀਂ ਬਹੁਤ ਸਾਰੀ ਦਵਾਈਆਂ ਨਹੀਂ ਖਾ ਰਹੇ ਹੈਗੇ ਤੇ ਤੁਹਾਨੂੰ ਇਹ ਪੂਰੀ ਵੀਡੀਓ ਚੰਗੀ ਤਰ੍ਹਾਂ ਸਮਝ ਵੀ ਆਈ ਹੈਗੀ, ਤਾਂ ਤੁਸੀਂ ਇਹਨੂੰ ਆਪਣੇ ਆਪ ਫੋਲੋ ਕਰ ਸਕਦੇ ਹੋ ਤੇ 3-4 ਮਹੀਨੇ ਵਿੱਚ ਤੁਸੀਂ ਦੇਖੋਗੇ ਘੱਟੋ ਘੱਟ 50% ਤੁਹਾਨੂੰ ਰਿਲੀਫ ਮਿਲ ਜਾਏਗਾ। ਪਰ ਅਗਰ ਯਦੀ ਤੁਹਾਨੂੰ ਹੋਰ ਵੀ ਬਿਮਾਰੀਆਂ ਹੈਗੀਆਂ ਅਰਥਰਾਈਟਿਸ ਦੇ ਇਲਾਵਾ, ਬੀਪੀ, ਸ਼ੂਗਰ ਦੀ ਵੀ, ਤਾਂ ਮੈਂ ਤੁਹਾਨੂੰ ਇਹੀ ਸਲਾਹ ਦਊਂਗਾ ਕਿਸੇ ਦੀ ਤੁਸੀਂ ਚੰਗੇ ਨਿਊਟ੍ਰੀਸ਼ਨ ਐਕਸਪਰਟ ਦੀ ਸਲਾਹ ਨਾਲ, ਜਾਂ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ, ਉਸ ਦੀ ਗਾਈਡੈਂਸ ਵਿੱਚ ਫੋਲੋ ਕਰੋ ਤਾਂ ਕਿ ਤੁਹਾਨੂੰ ਪੱਕਾ ਫਾਇਦਾ ਮਿਲੇ ਤੇ ਤੁਹਾਨੂੰ ਇਦਾਂ ਨਾ ਲੱਗੇ ਕਿ ਹਾਂ ਸਾਨੂੰ ਅਧੂਰੀ ਜਾਣਕਾਰੀ ਮਿਲੀ ਹੈਗੀ ਜਾਂ ਸਾਨੂੰ ਪ੍ਰੋਬਲਮ ਆ ਰਹੀ ਹੈਗੀ। ਇਹ ਡਾਈਟ ਪਲਾਨ ਇੱਕ ਜਨਰਲ ਡਾਈਟ ਪਲਾਨ ਹੈਗਾ, ਸਾਰਿਆਂ ਦਾ ਡਾਈਟ ਪਲਾਨ ਵੱਖਰਾ ਵੱਖਰਾ ਬਣਦਾ ਹੈ ਡਿਪੈਂਡਿੰਗ ਔਨ ਦਾ ਬੋਡੀ, ਲੇਕਿਨ ਇਹ ਡਾਈਟ ਪਲਾਨ ਤੁਹਾਨੂੰ 50% ਰਿਲੀਫ ਜ਼ਰੂਰ ਦੇਵੇਗਾ। ਤੁਸੀਂ ਨਿਸ਼ਚਿੰਤ ਹੋ ਕੇ ਇਹਨੂੰ ਫੋਲੋ ਕਰ ਸਕਦੇ ਹੋ। ਤੇ ਜੇ ਜ਼ਿਆਦਾ ਨੌਲੇਜ ਨਿਊਟ੍ਰੀਸ਼ਨ ਬਾਰੇ ਲੈਣਾ ਚਾਹੁੰਦੇ ਹੋ ਤੇ ਸਾਡੇ ਕੋਰਸ ਵੀ ਹੁੰਦੇ ਆ ਜਿਹਦੇ ਵਿੱਚ ਆਪਾਂ ਸਿਖਾਉਂਦੇ ਆ, ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ।